ਪਰ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਵੱਧ ਗਈਆਂ ਨੇ ਮੌਤਾਂ ਜਾਂ ਪਹਿਲੇ ਨਾਲੋਂ, ਤੇ ਕਰੋਨਾ ਦੇ ਅੱਜ ਦੀ ਦੂਜੀ ਲਹਿਰ ਜਿਹੜੀ ਹੈਗੀ ਹੈ ਉਹ ਬਹੁਤ ਹੀ ਭਾਰੀ ਤਰੀਕੇ ਦੇ ਨਾਲ ਆਈ ਹੈ। ਸੋ ਇਹ ਜਿਹੜਾ ਵਾਇਰਸ ਹੈ ਗਿਣਤੀ 'ਚ ਘੱਟ ਫੈਲਦਾ, ਤੇਜ਼ੀ ਨਾਲ ਵੈਸੇ ਜ਼ਿਆਦਾ ਫੈਲਦਾ, ਥੋੜ੍ਹਾ ਨੇੜੇ ਛੇਤੀ ਫੈਲਦਾ ਹੈ। ਅਸੀਂ ਕੋਈ ਪ੍ਰਬੰਧ ਸਾਇੰਟੀਫਿਕ ਤਰੀਕੇ ਨਾਲ, ਪ੍ਰਸ਼ਾਸਨਿਕ ਤਰੀਕੇ ਨਾਲ ਨਹੀਂ ਕਰਿਆ। ਅਸੀਂ ਇੱਥੇ ਖਾਸ ਕਰਕੇ ਭਾਰਤ ਦੇ ਵਿੱਚ ਕਰੋਨਾ ਨੂੰ ਦੋ ਗੱਲਾਂ ਨਾਲ ਰੋਕਣ ਦੀ ਕੋਸ਼ਿਸ਼ ਕਰੀ ਹੈ। ਇੱਕ ਵਹਿਮ ਪ੍ਰਸਤੀ ਨਾਲ, ਮੱਧਯੁਗੀ ਸੋਚਾਂ ਦੇ ਨਾਲ, ਥਾਲੀਆਂ ਖੜਕਾ ਲਓ, ਮੋਮਬੱਤੀਆਂ ਜਗਾ ਦਿਓ, ਰਾਤ ਨੂੰ 9 ਵਜੇ 9:09 ਤੇ 9 ਮਿੰਟ ਵਾਸਤੇ ਰੋਸ਼ਨੀਆਂ ਬੰਦ ਕਰ ਦਿਓ। ਸੋ ਇਹ ਜਿਹੜੇ ਸਾਡੇ ਤੌਰ ਤਰੀਕੇ ਨੇ, ਇਹ ਤੌਰ ਤਰੀਕੇ ਕੋਈ ਕਰੋਨਾ ਦੇ ਇਲਾਜ ਦੇ ਨਹੀਂ ਹੈਗੇ। ਅਤੇ ਇਹਨਾਂ ਨੇ ਸੋਚਿਆ ਹੀ ਨਹੀਂ ਵੀ ਜਿਹੜਾ ਅਸੀਂ ਮਾਸਕ ਪਹਿਨਣ ਦੀ ਗੱਲ ਕਹਿੰਦੇ ਹਾਂ, ਇਹਨੂੰ ਅਸੀਂ ਐਕਲੇਮੇਟਾਈਜ਼ ਕਰੀਏ ਲੋਕਾਂ ਦੇ ਨਾਲ। ਦੂਜਾ ਗੱਲ, ਇਸ ਨੂੰ ਇੰਡੀਜਨਾਈਜ਼ ਕਰੀਏ। ਜੇ ਅਸੀਂ ਕਹਾਂਗੇ N95 ਮਾਸਕ ਲੈ ਕੇ ਆਓ ਅਤੇ ਉਹੀ ਪਹਿਨੇ ਜਾਣਗੇ, ਫਿਰ ਗੜਬੜ ਹੋਏਗੀ। ਅਸੀਂ ਕਿਹਾ ਬਾਰ-ਬਾਰ ਹੱਥ ਧੋਵੋ, ਅਤੇ ਜਿਹਨੂੰ ਪਾਣੀ ਨਹੀਂ ਮਿਲਦਾ ਪੀਣ ਨੂੰ, ਉਹਨੂੰ ਹੱਥ ਧੋਣ ਨੂੰ ਪਾਣੀ ਇੰਨਾ ਕਿਵੇਂ ਮਿਲ ਜਾਏਗਾ 20 ਵਾਰੀ ਹੱਥ ਧੋਣ ਨੂੰ। ਫਿਰ ਅਸੀਂ ਕਹਿੰਦੇ 6 ਫੁੱਟ ਦੀ ਦੂਰੀ ਰੱਖੋ। ਜਿਹੜਾ ਇੱਕ ਝੌਂਪੜੀ 'ਚ ਰਹਿੰਦਾ 8x8 ਦੀ 'ਚ 6 ਜੀ ਰਹਿੰਦੇ ਨੇ, 7 ਰਹਿੰਦੇ ਨੇ, ਤਾਂ ਉਹ 6 ਫੁੱਟ ਦੀ ਦੂਰੀ ਕਿਵੇਂ ਰੱਖਣਗੇ? 100 ਕਰੋੜ ਨੂੰ ਜਦ ਅਸੀਂ ਐਡਰੈਸ ਨਹੀਂ ਕਰਾਂਗੇ ਤਾਂ 40 ਕਰੋੜ ਨੂੰ ਐਡਰੈਸ ਕਰਕੇ ਅਸੀਂ ਕਰੋਨਾ ਕਿਵੇਂ ਰੋਕਾਂਗੇ? ਦੂਸਰੀ ਲਹਿਰ ਤਾਂ ਚੱਲ ਹੀ ਰਹੀ ਹੈ, ਤੀਸਰੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ। ਦੁਨੀਆ ਦੇ 115 ਮੁਲਕ ਉਹ ਨੇ ਜਿਨ੍ਹਾਂ 'ਚ ਪ੍ਰਤੀ ਮਿਲੀਅਨ ਪਾਪੂਲੇਸ਼ਨ ਮੌਤ ਦਰ ਵੀ ਸਾਡੇ ਨਾਲੋਂ ਘੱਟ ਹੈ ਅਤੇ ਕੇਸ ਵੀ ਸਾਡੇ ਨਾਲੋਂ ਘੱਟ ਹੈ। ਅਤੇ ਇਹਨਾਂ ਸਾਰਿਆਂ 'ਚ ਹੀ ਜਿਹੜੀ ਮੌਤ ਦਰ ਘੱਟ ਹੈ, ਕੇਸ ਘੱਟ ਨੇ, ਔਰ ਇਹਨਾਂ ਸਾਰਿਆਂ ਦੀ ਜਿਹੜੀ ਕਦੀ ਇਕੋਨਮੀ ਦੇ ਤੌਰ 'ਤੇ ਹੀ ਨਹੀਂ, ਟੈਕਨੋਲੋਜੀ ਦੇ ਤੌਰ 'ਤੇ ਵੀ ਸਾਡੇ ਜਿੰਨੇ ਐਡਵਾਂਸ ਨਹੀਂ ਹੈਗੇ। ਇਹਦਾ ਮਤਲਬ ਕੋਈ ਨਾ ਕੋਈ ਤਾਂ ਉੱਥੇ ਕੁਛ ਕਰੇ ਹੀ ਹੈ। BJP ਦੀ ਜਿਹੜੀ ਰਾਜ ਕਰਦੀ ਪਾਰਟੀ ਹੈ, ਉਹਨੇ ਲੋਕਾਂ ਦੇ ਵਿੱਚ ਇੱਕ ਭੀੜ ਤੰਤਰ ਬਣਾਉਣਾ। ਲੋਕਾਂ ਨੂੰ ਭੀੜ ਤੰਤਰ ਬਣਾਉਣ ਦਾ ਤਰੀਕਾ ਇਹ ਹੁੰਦਾ ਵੀ ਤੁਸੀਂ ਗੈਰ ਵਿਗਿਆਨਕ ਗੱਲਾਂ ਦੇ ਪਿੱਛੇ ਲਾਓ। ਹੁਣ ਗੈਰ ਵਿਗਿਆਨਕ ਗੱਲ ਜੇ ਕੱਢੀ, ਉਹ ਕਹਿੰਦੇ ਵੀ ਡਰ ਕੇ ਅੰਦਰ ਬਹਿ ਜਾਓ। ਫਿਰ ਕਈ ਲੋਕ ਕਹਿਣਗੇ ਕਾਹਦੇ ਵਾਸਤੇ ਡਰ ਕੇ ਬੈਠਣਾ? ਉਹ ਕਹਿੰਦੇ ਅੱਛਾ ਇਹਦਾ ਵੀ ਜਵਾਬ ਹੈ। ਉਹ ਕਹਿੰਦੇ ਕਰੋਨਾ ਹੈ ਹੀ ਕੁਛ ਨਹੀਂ, ਡਰਨ ਦੀ ਲੋੜ ਹੀ ਨਹੀਂ, ਉਹ ਵੀ ਉਹਨਾਂ ਦੀ ਸ਼ੈਲ ਹੈ। ਅਸੀਂ ਲੋਕਾਂ ਨੂੰ ਆਕਸੀਜਨ ਦੀ ਘਾਟ ਕਰਕੇ ਮਾਰਤਾ। ਅਸੀਂ ਅੱਗ ਲੱਗੀ 'ਚ ਮਸ਼ਕਾਂ ਦਾ ਭਾਅ ਪੁੱਛਣ ਦੀ ਬਜਾਏ ਵੀ ਜਿਹੜਾ ਮਰਜ਼ੀ ਫਿਰ ਖਰੀਦ ਲਓ, ਹੁਣ ਫਟਾਫਟ ਖਰੀਦ ਲਓ। ਜਿੱਥੇ ਲੋਕਾਂ ਨੂੰ ਕਹਿੰਦੇ ਅਸੀਂ ਦੁਨੀਆ ਨੂੰ ਦੇ ਰਹੇ ਹਾਂ, ਅੱਜ ਦੁਨੀਆ ਅੱਗੇ ਅਸੀਂ ਝੋਲੀ ਅੱਡੀ ਖੜ੍ਹ ਗਏ। ਅਸੀਂ ਇਹਦੇ ਵਿੱਚੋਂ 3 ਗੱਲਾਂ ਕੱਢੀਆਂ। ਇੱਕ ਅਸੀਂ ਇਹ 'ਚੋਂ ਵਪਾਰ ਕੱਢਿਆ, ਇੱਕ ਕਰਪਸ਼ਨ ਕੱਢੀ ਹੈ, ਇੱਕ ਆਪਦਿਆਂ ਨੂੰ ਕਹਿੰਦਾ ਅੰਨਾ ਬੰਨੇ ਸੀਰ ਨਹੀਂ ਮੁੜ ਕੇ ਆਪਣੇ ਹੁੰਦੇ। ਉਹ ਕਿਵੇਂ? ਵੈਂਟੀਲੇਟਰ ਖਰੀਦੇ ਗੁਜਰਾਤ ਤੋਂ, RT-PCR ਕਿੱਟ ਖਰੀਦੀ ਜਾ ਰਹੀ ਹੈ, ਉਹ ਗੁਜਰਾਤੀ ਬੰਦਾ ਖਰੀਦ ਕੇ ਦੇ ਰਿਹਾ। ਉਹ ਆਪ 200 ਦੀ ਖਰੀਦਦਾ, ਸਰਕਾਰ ਨੂੰ 600 ਦੀ ਵੇਚ ਰਿਹਾ। ਫਿਰ ਨਿਕਲਿਆ ਵੀ ਘਟੀਆ, ਫਿਰ ਉਹ 'ਤੇ ਕੋਈ ਐਕਸ਼ਨ ਨਹੀਂ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਬਿੰਦੂ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਡਾਇਲੋਗ। ਵੈਸੇ ਤਾਂ ਅੱਜ ਦੇ ਜਿਹੜੇ ਹਾਲਾਤ ਨੇ ਉਹ ਕੋਵਿਡ ਦੇ ਹੀ ਹਾਲਾਤ ਚੱਲ ਰਹੇ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਸਾਰੇ ਦੇ ਸਾਰੇ ਸੰਸਾਰ 'ਤੇ ਜਿਹੜੀ ਮਹਾਂਮਾਰੀ ਹੈ ਜਿਹੜੀ ਉਹ ਛਾਈ ਹੋਈ ਹੈ। ਪਰ ਖਬਰਾਂ ਨੂੰ ਜੇ ਦੇਖੀਏ ਤਾਂ ਖਾਸ ਕਰਕੇ ਲੋਕ ਖਬਰਾਂ ਤੋਂ ਜਾਂ ਤਾਂ ਪੋਲੀਟਿਕਸ ਜਾਂ ਫਿਰ ਇਸ ਤਰੀਕੇ ਦੇ ਨਾਲ ਰਿਲੇਟਡ, ਕਿਉਂਕਿ ਜੇ ਆਪਾਂ ਪੰਜਾਬ ਦੀ ਖਾਸ ਕਰਕੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਹੌਲੀ ਹੌਲੀ ਜਿਹੜੀ ਹੈ ਉਹ ਚੋਣਾਂ ਦੀ ਜਿਹੜਾ ਇੱਕ ਵਾਤਾਵਰਨ ਹੈ ਉਹ ਵੀ ਸੁਗਬੁਗਾਹਟ ਉਹਦੀਆਂ ਸ਼ੁਰੂ ਹੋ ਗਈਆਂ ਨੇ। ਅਤੇ ਜਿਹੜੇ ਰਾਜਸੀ ਇੱਕ ਵਿਹੜਾ ਹੈਗਾ, ਉੱਥੇ ਵੀ ਹਲਚਲ ਪੂਰੀ ਜਿਹੜੀ ਪਿਛਲੇ ਦਿਨਾਂ 'ਚ ਦੇਖਣ 'ਚ ਮਿਲੀ ਹੈ ਔਰ ਅੱਗੇ ਅੱਗੇ ਵਧਣ ਹੀ ਵਾਲੀ ਹੈ। ਬੰਗਾਲ ਦੀਆਂ ਚੋਣਾਂ ਕੁਛ ਦੇਰ ਪਹਿਲੇ ਹੋ ਕੇ ਹਟੀਆਂ ਨੇ, ਥੋੜ੍ਹੇ ਕੁ ਦਿਨਾਂ ਦੀ ਗੱਲ ਜੇ ਆਪਾਂ ਕਰੀਏ ਤਾਂ। ਸੋ ਇਹ ਚੀਜ਼ਾਂ ਤਾਂ ਚੱਲ ਹੀ ਰਹੀਆਂ ਨੇ, ਪਰ ਸਾਡੇ ਲੋਕਾਂ ਨੂੰ ਵੀ ਸ਼ਾਇਦ ਆਦਤ ਹੈ ਸਿਰਫ ਅਤੇ ਸਿਰਫ ਖਬਰਾਂ ਦੇ ਨਾਮ 'ਤੇ ਪੋਲੀਟਿਕਸ ਨੂੰ ਦੇਖਣ ਦੀ। ਦੂਸਰੀ ਪਿਛਲੇ 1-1.5 ਸਾਲ ਤੋਂ ਜਿਹੜੀ ਅਸੀਂ ਗੱਲ ਦੇਖ ਰਹੇ ਹਾਂ ਉਹ ਹੈਗੀ ਹੈ ਮਹਾਂਮਾਰੀ, ਪੈਂਡੇਮਿਕ COVID-19, ਜਿਹਨੇ ਸਾਰੇ ਮੁਲਕਾਂ ਨੂੰ, ਸਾਰੇ ਦੇ ਸਾਰੇ ਲੋਕਾਂ ਨੂੰ, ਪੂਰੇ ਦੇ ਪੂਰੇ ਮਨੁੱਖਤਾ ਨੂੰ ਕਹਿ ਸਕਦੇ ਹਾਂ ਹਿਲਾਇਆ ਹੋਇਆ। ਪਰ ਉਹਦੇ ਨਾਲ ਨਾਲ ਇੱਕ ਪਿਛਲੇ ਦਿਨੀ ਨਵੀਂ ਖਬਰ ਆਈ। ਉਸ ਤੋਂ ਪਹਿਲੇ ਇੱਕ ਬਾਹਰ ਦੇ ਦੇਸ਼ ਦੀ ਵੀ ਖਬਰ ਆਈ ਸੀਗੀ ਕਿ ਜਾਨਵਰਾਂ ਦੇ ਵਿੱਚ ਵੀ ਇੱਕ ਅੱਧੀ ਜਗ੍ਹਾ ਇਹ ਚੀਜ਼ ਪਾਈ ਗਈ ਹੈ। ਪਰ ਭਾਰਤ ਦੇ ਵਿੱਚ ਪਿਛਲੇ ਦਿਨੀ ਕੱਲ੍ਹ ਪਰਸੋਂ ਦੀ ਖਬਰ ਜੇ ਆਪਾਂ ਦੇਖੀਏ ਆਰਾਮ ਨਾਲ, ਅਤੇ ਉਹਦੇ ਵਿੱਚ ਹੈਦਰਾਬਾਦ ਦੀ ਇੱਕ ਜ਼ੂਲੌਜੀਕਲ ਪਾਰਕ ਜਿਹੜਾ ਹੈਗਾ, ਜ਼ੂ, ਚਿੜੀਆ ਘਰ ਜਿਹੜਾ ਹੈਗਾ, ਉਹਦੇ ਵਿੱਚ 8 ਜਿਹੜੇ ਸ਼ੇਰ ਨੇ ਉਹ ਕੋਵਿਡ ਪੋਜ਼ੀਟਿਵ ਪਾਏ ਗਏ ਹੈ। ਉਹਨਾਂ ਦੇ ਟੈਸਟ ਜਿਹੜੇ ਕਰੋਨਾ ਪੋਜ਼ੀਟਿਵ ਆਏ ਨੇ। ਉਹਦੇ ਨਾਲ ਹੀ ਇਟਾਵਾ ਦੀ ਜਿਹੜੀ ਚਿੜੀਆ ਘਰ ਹੈ, ਉੱਥੇ ਵੀ ਇਸ ਤਰ੍ਹਾਂ ਦੇ ਕੇਸ ਆਏ ਨੇ। ਅਤੇ ਬੜਾ ਅਜੀਬ ਜਿਹੀ ਗੱਲ ਹੈ ਕਿ ਮਾਸਾਹਾਰੀ ਬਿੱਲੀਆਂ ਨੇ ਖਾਸ ਕਰਕੇ ਜਿਹੜੀਆਂ, ਉਹਨਾਂ ਦੇ ਵਿੱਚ ਕਰੋਨਾ ਪਾਇਆ ਗਿਆ। ਇਹ ਤਾਂ ਸੀਗੀਆਂ, ਤੁਹਾਨੂੰ ਮੈਂ ਇੱਕ ਜਾਣਕਾਰੀ ਦੇ ਤਰੀਕੇ ਦੇ ਨਾਲ ਗੱਲ ਕੀਤੀ ਹੈ,
ਪਰ ਮੁੜ ਕੇ ਅਸੀਂ ਆਉਂਦੇ ਹਾਂ ਕਰੋਨਾ ਪੈਂਡੈਮਿਕ, ਜਿਹੜਾ ਕਿ ਖਾਸ ਕਰਕੇ ਦੀ ਦੂਜੀ ਲਹਿਰ ਭਾਰਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਅਸਰ ਪਾ ਰਹੀ ਹੈ। ਲੋਕ ਤਰਾਹੀ ਨੇ, ਪਿੱਛੇ ਤੁਸੀਂ ਖਬਰਾਂ ਸੁਣੀਆਂ ਦੇਖੀਆਂ ਹੈ ਨੇ ਕਿ ਖਾਸ ਕਰਕੇ ਸਿਲੰਡਰਾਂ ਦੀ ਜਿਹੜੀ ਆਕਸੀਜਨ ਸਿਲੰਡਰ ਵਾਸਤੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਬਹੁਤ ਦੁਖੀ ਹੋਣਾ ਪਿਆ, ਤੰਗ ਪਰੇਸ਼ਾਨ ਹੋਏ ਨੇ ਲੋਕ। ਮੌਤਾਂ ਦੀ ਜਿਹੜੀ ਸੰਖਿਆ ਸੀਗੀ ਉਹ ਵੀ ਵਧੀ ਹੈਗੀ ਹੈ, ਬੈੱਡ ਜਿਹੜੇ ਸੀਗੇ ਉਹ ਅਵੇਲੇਬਲ ਨਹੀਂ ਸੀਗੇ ਅਤੇ ਸਰਕਾਰਾਂ ਨੂੰ ਵੀ ਅਫਰਾ ਤਫਰੀ ਪੈ ਗਈ ਸੀ। ਖਾਸ ਕਰਕੇ ਦਿੱਲੀ ਦੀਆਂ ਜਾਂ ਫਿਰ ਯੂਪੀ ਤੋਂ ਕੁਛ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ। ਇਹ ਸਭ ਦੇ ਵਿੱਚ ਬਾਰ ਸਾਡੇ ਕੋਲ ਇੱਕ ਹੀ ਰਾਹ ਬਚਦਾ ਹੈ ਕਿ ਅਸੀਂ ਡਾਕਟਰੀ ਸਲਾਹ ਲਈਏ, ਮਾਹਿਰਾਂ ਕੋਲ ਜਾਈਏ, ਉਹਨਾਂ ਨਾਲ ਗੱਲ ਕਰੀਏ। ਖਾਸ ਕਰਕੇ ਉਹਨਾਂ ਮਾਹਿਰਾਂ ਕੋਲ ਜਿਹੜੇ ਸੁਹਿਰਦ ਨੇ, ਜਿਹੜੇ ਇਸ 'ਤੇ ਕੰਮ ਕਰਦੇ ਹੈ ਅਤੇ ਨਜ਼ਦੀਕੀ ਨਾਲ ਸਾਰੇ ਦੇ ਸਾਰੀ ਹਾਲਾਤਾਂ 'ਤੇ ਆਪਣੀ ਨਜ਼ਰ ਬਣਾ ਕੇ ਰੱਖਦੇ ਆ। ਸਾਬਕਾ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ, ਅਸੀਂ ਉਹਨਾਂ ਕੋਲ ਆਉਂਦੇ ਰਹਿੰਦੇ ਹਾਂ ਕਈ ਵਿਸ਼ਿਆਂ 'ਤੇ ਗੱਲ ਕਰਨ ਲਈ, ਪਰ ਅੱਜ ਵਿਸ਼ੇਸ਼ ਤੌਰ 'ਤੇ ਆਏ ਹਾਂ ਡਾਕਟਰ ਪਿਆਰੇ ਲਾਲ ਗਰਗ। ਸਰ, ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ, ਬਹੁਤ ਬਹੁਤ। ਸਰ, ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਵੱਧ ਗਈਆਂ ਨੇ ਮੌਤਾਂ ਜਾਂ ਪਹਿਲੇ ਨਾਲੋਂ, ਅਤੇ ਕਰੋਨਾ ਦੇ ਅੱਜ ਦੀ ਦੂਜੀ ਲਹਿਰ ਜਿਹੜੀ ਹੈਗੀ ਹੈ ਉਹ ਬਹੁਤ ਹੀ ਭਾਰੀ ਤਰੀਕੇ ਦੇ ਨਾਲ ਆਈ ਹੈ। ਤੁਸੀਂ ਇਹ ਤੁਹਾਡਾ ਫਸਟ ਇਹਨੂੰ ਲੈ ਕੇ ਆਪਣੀ ਜਿਹੜੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਹੈ ਵੀ ਇਹ ਜਿਹੜਾ ਵਾਇਰਸ ਹੈ, ਇਹ ਵਾਇਰਸ ਦੇ ਇੱਕ ਪੋਜ਼ੀਟਿਵ ਗੁਣ ਹੈ, ਇੱਕ ਨੈਗੇਟਿਵ ਗੁਣ ਹੈ। ਨੈਗੇਟਿਵ ਇਹ ਹੈ ਕਿ ਇਹ ਬਾਰ ਆਪਣਾ ਰੂਪ ਬਦਲ ਲੈਂਦਾ ਅਤੇ ਬਾਰ ਜਿਹਨੂੰ ਡੌ ਕਹਿੰਦੇ ਆ, ਇੱਕ ਡੌ ਆ ਗਿਆ, ਦੂਜਾ ਆ ਗਿਆ, ਤੀਜਾ ਆ ਗਿਆ, ਇਸ ਤਰ੍ਹਾਂ ਹੁੰਦਾ ਇਹ। ਅਤੇ ਚਾਹੇ ਆਪਾਂ ਉਹਨੂੰ ਲਹਿਰ ਕਹਿ ਲਓ, ਵੇਵ ਕਹਿ ਲਓ, ਜੋ ਵੀ ਹੈ। ਅਤੇ ਦੂਜਾ ਇਹਦਾ ਪਰ ਪੋਜ਼ੀਟਿਵ ਗੁਣ ਇਹ ਹੈ ਕਿ ਇਹ ਇੱਕ ਬੰਦੇ ਨੂੰ ਜੇ ਹੁੰਦਾ ਤਾਂ ਉਸ ਤੋਂ 2 ਤੋਂ ਵੱਧ ਨੂੰ ਹੋਰ ਨੂੰ ਫੈਲਦਾ ਨਹੀਂ ਹੈ। ਅਤੇ ਇਸ ਕਰਕੇ ਜੇ 60% ਨੂੰ ਇਮਿਊਨਿਟੀ ਹੋ ਜੇ, ਰੋਗ ਰੋਧਕਤਾ, ਤਾਂ ਬਾਕੀ 40% 'ਚ ਜਿੰਦਾ ਨਹੀਂ ਰਹਿ ਸਕਦਾ। ਜਦ ਕਿ ਬਾਕੀ ਜਿਹੜੇ ਵਾਇਰਸ ਨੇ, ਜਿਵੇਂ ਖਸਰੇ ਦਾ ਹੈ ਉਹ ਵੀ ਵਾਇਰਸ ਹੀ ਹੈ, ਜ਼ੁਕਾਮ ਦਾ ਉਹ ਵੀ ਵਾਇਰਸ ਹੈ। ਉਹ ਜੇ 90% ਨੂੰ ਇਮਿਊਨਿਟੀ ਹੋਊ ਤਾਂ, ਕਿਉਂਕਿ ਉਹ 18 20 ਨੂੰ ਫੈਲ ਜਾਂਦਾ ਇੱਕ ਤੋਂ, ਤਾਂ ਆਪਾਂ ਦੇਖਿਆ ਮਾੜੇ ਜਿਹੇ ਜ਼ੁਕਾਮ ਤੋਂ ਗਾਹਾਂ ਦੀ ਗਾਹਾਂ ਫੈਲਦਾ। ਸੋ ਇਹ ਜਿਹੜਾ ਵਾਇਰਸ ਹੈ ਗਿਣਤੀ 'ਚ ਘੱਟ ਫੈਲਦਾ, ਤੇਜ਼ੀ ਨਾਲ ਵੈਸੇ ਜ਼ਿਆਦਾ ਫੈਲਦਾ, ਥੋੜ੍ਹਾ ਨੇੜੇ ਛੇਤੀ ਫੈਲਦਾ ਇਹ ਵੀ। ਸੋ ਇਹਦੇ ਵਿੱਚ ਇਹ ਪਤਾ ਸੀ ਕਿ ਵਾਇਰਸ ਵਾਰ ਮਿਊਟੇਟ ਕਰਦਾ, ਵਾਰ ਆਪਣਾ ਰੂਪ ਬਦਲ ਲੈਂਦਾ ਅਤੇ ਬਦਲ ਕੇ ਬਿਮਾਰੀ ਜ਼ਿਆਦਾ ਤੇਜ਼ ਵੀ ਕਰ ਸਕਦਾ ਅਤੇ ਬਿਮਾਰੀ ਕਰਨ 'ਚ ਕਮਜ਼ੋਰੀ ਹੋ ਸਕਦਾ, ਕਿਉਂਕਿ ਰੂਪ ਬਦਲਣਾ ਜ਼ਰੂਰੀ ਨਹੀਂ ਹੁੰਦਾ ਵੀ ਉਹ ਚੰਗਾ ਹੀ ਬਣੇ ਜਾਂ ਤਕੜਾ ਹੀ ਬਣੇ ਆਪਦੇ ਆਪ 'ਚ। ਸੋ ਇਹ ਪਤਾ ਸੀ ਕਿ ਇਹ ਹਮੇਸ਼ਾ ਅਸੀਂ ਕਹਿੰਦੇ ਹਾਂ ਪੀਕ ਟਰਫ ਉੱਤੇ ਜਾਂਦਾ, ਫਿਰ ਥੱਲੇ ਆਉਂਦਾ, ਫਿਰ ਉੱਤੇ ਜਾਂਦਾ, ਫਿਰ ਥੱਲੇ ਆਉਂਦਾ। ਇਹ ਹੁਣ ਕਿਹਾ ਜਾ ਰਿਹਾ ਵੀ ਸੈਕਿੰਡ ਵੇਵ ਸਾਨੂੰ ਪਤਾ ਨਹੀਂ ਸੀ। ਇਹ ਤਾਂ ਪਹਿਲਾਂ ਹੀ 6 ਮਹੀਨੇ ਪਹਿਲਾਂ ਪਤਾ ਸੀ ਵੀ ਭਾਈ ਸੈਕਿੰਡ ਦੁਨੀਆ 'ਚ ਆ ਚੁੱਕੀ ਸੀ। ਹੁਣ ਤਾਂ ਦੁਨੀਆ 'ਚ ਥਰਡ ਵੀ ਆ ਚੁੱਕੀ ਬਹੁਤ ਜਗ੍ਹਾ 'ਤੇ। ਅਤੇ ਇਹ ਜਿਹੜੇ ਕਹਿੰਦੇ ਵੀ ਥਰਡ ਤੋਂ ਬਾਅਦ ਇਹ ਖਤਮ ਹੋ ਜਾਣਾ, ਖਤਮ ਹੋ ਕੇ ਕੋਈ ਨਹੀਂ ਹੋਣਾ ਥਰਡ ਤੋਂ ਬਾਅਦ ਵੀ। ਇਹ ਕਿਉਂ ਕਹਿੰਦੇ ਨੇ ਖਤਮ ਹੋ ਜਾਣਾ? ਵੀ ਹੋ ਸਕਦਾ ਸਾਰੀ ਦੁਨੀਆ 'ਚ ਟੀਕਾਕਰਨ ਹੋ ਜੇ। ਟੀਕਾਕਰਨ ਸਾਰੀ ਦੁਨੀਆ 'ਚ ਹੋਣਾ ਨਹੀਂ, ਇਹ ਸੰਭਵ ਨਹੀਂ ਹੈ, ਕਿਉਂਕਿ ਜਿਹੜੇ ਥਰਡ ਵਰਲਡ ਕੰਟਰੀ ਉਹਨਾਂ ਨਾ ਉਹਨੇ ਪੈਸੇ ਨੇ, ਨਾ ਉਹਨਾਂ ਟੀਕਾ। ਅਜੇ ਟੀਕੇ ਦੀ ਪ੍ਰੋਡਕਸ਼ਨ ਕਿੰਨੀ ਚਾਹੀਦੀ ਹੈ? ਹਾਲਾਂਕਿ 306 ਕੰਪਨੀਆਂ ਟੀਕੇ ਬਣਾ ਰਹੀਆਂ ਨੇ, ਪਰਮਿਸ਼ਨ ਆ ਰਹੀਆਂ ਨੇ WHO ਕੋਲ, ਟਰਾਇਲ ਦੇ ਰੂਪ 'ਚ ਨੇ। ਜਿੰਨੀਆਂ ਉਨੀਆਂ ਕੰਪਨੀਆਂ ਬਣਾਉਣਗੀਆਂ, ਫਿਰ ਉਹਦੇ ਕਿੰਨੇ ਪੈਸੇ ਹੋਣਗੇ, ਕਿੱਥੇ ਹੋਏਗਾ? WHO ਖਰੀਦ ਕੇ ਦੇਵੇ ਤਾਂ ਵੱਖਰੀ ਗੱਲ ਹੈ ਵੀ ਉਹ ਪੈਸੇ ਦੇਵੇ। ਸੋ ਉਹਨੇ ਇੱਕ ਕੋਵੈਕਸ ਨਾਂ ਦੀ ਸੰਸਥਾ ਬਣੀ ਹੋਈ ਹੈ, COVID-19 ਵੈਕਸੀਨ ਗਲੋਬਲ ਅਸੈਸ, ਅਤੇ ਉਹਦੇ ਵਾਸਤੇ ਜੇ ਉਹਦੇ ਰਾਹੀਂ ਉਹ ਦੇਣਗੇ ਅਤੇ ਫਿਰ ਤਾਂ ਤੀਜੀ ਦੁਨੀਆ ਦੇਸ਼ਾਂ ਨੂੰ ਜ਼ਿਆਦਾ ਮਿਲ ਜਾਣਗੇ, ਨਹੀਂ ਤਾਂ ਗਰੀਬ ਮੁਲਕ ਸ਼ਾਇਦ ਲਗਵਾ ਵੀ ਨਾ ਸਕਣ। ਹੁਣ ਜਿਵੇਂ ਆਹ ਜਿਹੜਾ ਹੈਗਾ ਫਾਈਜ਼ਰ ਦਾ ਵੈਕਸੀਨ ਤਕਰੀਬਨ 955 ਰੁਪਏ, ਸੌਰੀ ਆਹ ਸਪੁਤਨਿਕ, ਜੇ 900-950 ਰੁਪਏ ਦਾ ਵੈਕਸੀਨ ਹੋਏਗਾ ਤਾਂ ਕਿੰਨੀ ਕੁ ਸਰਕਾਰਾਂ ਗਰੀਬ ਕਿੱਥੋਂ ਲਵਾ ਲੈਣਗੀਆਂ? ਸੋ ਇਸ ਕਰਕੇ ਇਹ ਜੋ ਸਭ ਤੋਂ ਵੱਡਾ ਤਰੀਕਾ ਇਹ ਹੈ ਵੀ ਪਹਿਲਾਂ ਤਾਂ ਜਿਹੜੀ ਬਿਮਾਰੀ ਆਉਂਦੀ ਉਹਨੂੰ ਰੋਕਣਾ ਚਾਹੀਦਾ ਹੈ। ਅਤੇ ਅਸੀਂ ਨਾ ਤਾਂ ਉਹ ਰੋਕੀ ਪ੍ਰੋਪਰਲੀ, ਉਹ 'ਚ ਆਪਾਂ ਬਾਅਦ 'ਚ ਆਵਾਂਗੇ, ਨਾ ਹੀ ਅਸੀਂ ਉਹ ਜਿਹੜੀ ਸੀ ਬਿਮਾਰੀ ਦੇ ਉੱਤੇ ਕੋਈ ਸਾਇੰਟੀਫਿਕ ਸਟੈਂਡ ਲਿਆ। ਜੇ ਬਿਮਾਰੀ ਹੋ ਵੀ ਜਾਂਦੀ ਹੈ, ਅਸੀਂ ਉਸ ਨੂੰ ਆਪਦੇ ਤੌਰ ਤਰੀਕੇ ਨਾਲ ਦੇਖਦੇ ਹਾਂ। ਜਿਵੇਂ ਆਪਣੇ ਘਰ 'ਚ ਗੈਸਟ ਆ ਜਾਣ ਤਾਂ ਆਪਾਂ ਦੇਖਦੇ ਹਾਂ ਮੈਨੂੰ ਕੋਈ ਕਿੰਨੀਆਂ ਕੁ ਰੋਟੀਆਂ ਨੇ, ਜਿਹਨੂੰ ਜ਼ਿਆਦਾ ਜ਼ਰੂਰੀ ਹੈ ਉਹਨੂੰ ਪਹਿਲਾਂ ਖਿਲਾ ਦੇਣਾ ਵੀ ਇਹਨੇ ਭਾਈ ਜਲਦੀ ਜਾਣਾ ਹੋ ਰਿਹਾ। ਅਸੀਂ ਉਹਨੂੰ ਜੇ ਵੰਡਾਂਗੇ ਨਹੀਂ ਤਾਂ ਹੋ ਸਕਦਾ ਜਿਹਨੂੰ ਘਰ ਹੀ ਬੈਠਾ ਰਹਿਣਾ ਉਹਨੂੰ ਪਹਿਲਾਂ ਰੋਟੀ ਖਿਲਾ ਦਈਏ, ਹੈ ਉਹਨੂੰ ਵੀ ਭੁੱਖ, ਉਹਨੂੰ ਖਿਲਾ ਦਈਏ, ਅਤੇ ਦੂਜਾ ਜਿਹਨੂੰ ਅਰਜੈਂਸੀ ਹੈ ਉਹਨੂੰ ਨਾ ਮਿਲੇ। ਸੋ ਅਸੀਂ ਬੈੱਡ ਦੇ ਮਾਮਲੇ 'ਚ, ਆਕਸੀਜਨ ਦੇ ਮਾਮਲੇ, ਹਰ ਚੀਜ਼ ਦੇ ਮਾਮਲੇ ਦੇ ਵਿੱਚ ਅਸੀਂ ਇਸ ਤਰ੍ਹਾਂ ਕਰਿਆ, ਹਫੜਾ ਦਫੜੀ ਪਾਈ ਹੈ। ਅਸੀਂ ਕੋਈ ਪ੍ਰਬੰਧ ਸਾਇੰਟੀਫਿਕ ਤਰੀਕੇ ਨਾਲ, ਪ੍ਰਸ਼ਾਸਨਿਕ ਤਰੀਕੇ ਨਾਲ ਨਹੀਂ ਕਰਿਆ। ਅਸੀਂ ਇੱਥੇ ਖਾਸ ਕਰਕੇ ਭਾਰਤ ਦੇ ਵਿੱਚ ਕਰੋਨਾ ਨੂੰ 2 ਗੱਲਾਂ ਨਾਲ ਰੋਕਣ ਦੀ ਕੋਸ਼ਿਸ਼ ਕਰੀ ਹੈ। ਇੱਕ ਵਹਿਮ ਪ੍ਰਸਤੀ ਨਾਲ, ਮੱਧਯੁਗੀ ਸੋਚਾਂ ਦੇ ਨਾਲ, ਥਾਲੀਆਂ ਖੜਕਾ ਲਓ, ਮੋਮਬੱਤੀਆਂ ਜਗਾ ਲਓ, ਰਾਤ ਨੂੰ 9 ਵਜੇ 9:09 'ਤੇ 9 ਮਿੰਟ ਵਾਸਤੇ
ਰੋਸ਼ਨੀਆਂ ਬੰਦ ਕਰ ਦਿਓ, ਅਸੀਂ 18 ਦਿਨ 'ਚ ਜੰਗ ਜਿੱਤ ਲਈ ਸੀ ਮਹਾਭਾਰਤ ਦੀ, ਹੁਣ 21 ਦਿਨ 'ਚ ਜਿੱਤ ਲਵਾਂਗੇ। ਸੋ ਅਸੀਂ ਇਹੋ ਜਿਹੇ ਫੁੱਲ ਵਰਸਾ ਦਿਓ, ਚਾਹੇ ਬਹਾਨੇ ਅਸੀਂ ਕੁਝ ਵੀ ਲਾਏ, ਅਸੀਂ ਡਾਕਟਰਾਂ ਨੂੰ ਹੌਸਲਾ ਦੇ ਰਹੇ ਫਲਾਣਾ, ਕੋਈ ਕਹਿੰਦਾ ਬੱਸਾਂ ਰੋਕ ਦਿਓ ਘੰਟਾ। ਸੋ ਇਹ ਜਿਹੜੇ ਸਾਡੇ ਤੌਰ ਤਰੀਕੇ ਨੇ, ਇਹ ਤੌਰ ਤਰੀਕੇ ਕੋਈ ਕਰੋਨਾ ਦੇ ਇਲਾਜ ਦੇ ਨਹੀਂ ਹੈਗੇ, ਕਰੋਨਾ ਦੀ ਰੋਕਥਾਮ ਦੇ ਵੀ ਨਹੀਂ ਹੈਗੇ। ਇਸੇ ਤਰ੍ਹਾਂ ਹੀ ਦੂਜੇ ਪਾਸੇ ਅਸੀਂ ਜਿਹੜਾ ਮਾੜਾ ਮੋਟਾ ਕੁਛ ਰੋਕਣ ਵਾਸਤੇ ਕਰਨਾ ਸੀ ਉਹ ਵੀ ਨਹੀਂ ਕਰਿਆ, ਉਹ ਅਸੀਂ ਪੁਲਿਸ ਨੂੰ ਹੈਂਡਲ ਕਰਤਾ ਵੀ ਤੁਸੀਂ ਕਰਫਿਊ ਲਾ ਦਿਓ, ਡੰਡਾ ਫੇਰੋ, ਮਾਸਕ ਬੰਨ੍ਹਣ ਵਾਸਤੇ ਮਜਬੂਰ ਕਰਨਾ ਸ਼ੁਰੂ ਕਰ ਦਿਓ। ਅਸੀਂ ਇਹ ਸੋਚਿਆ ਹੀ ਨਹੀਂ ਕਿ 140 ਕਰੋੜ ਜਨਤਾ ਹੈ ਭਾਰਤ ਦੀ। 140 ਕਰੋੜ ਜਨਤਾ ਤੋਂ ਮੰਨੋ ਆਪਾਂ ਵੀ ਚਲੋ 10 ਸਾਲ ਤੋਂ ਉੱਪਰ ਵਾਲਿਆਂ ਨੂੰ ਮਾਸਕ ਪਹਿਨਾਉਣੇ ਨੇ ਜੇ ਸਕੂਲ ਵੀ ਜਾਣਾ ਹੈ, ਅਤੇ ਫਿਰ ਵੀ ਸਾਡੀ ਤਕਰੀਬਨ 115 ਕਰੋੜ ਬਣਦੀ ਹੈ। 115 ਕਰੋੜ ਜਨਤਾ ਨੂੰ ਤੁਸੀਂ ਮਾਸਕ ਪਹਿਨਾਉਣਾ, ਜਿਹਨੂੰ ਪਤਾ ਹੀ ਨਹੀਂ ਮਾਸਕ ਹੁੰਦਾ ਕੀ ਹੈ। ਡਾਕਟਰਾਂ ਨੂੰ ਨਹੀਂ ਪਤਾ, ਬਹੁਤ ਸਾਰਿਆਂ ਨੂੰ, ਜਿਨ੍ਹਾਂ ਨੇ ਕਦੇ ਪਹਿਨਦੇ ਨਹੀਂ ਉਹ ਤਾਂ, ਕਿਉਂਕਿ ਕਈ ਇਹੋ ਜਿਹੇ ਮਹਿਕਮੇ ਨੇ ਸਾਡੇ ਜਿੱਥੇ ਮਾਸਕ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਸੱਚੀ ਮੁੱਚੀ ਨਹੀਂ ਪਤਾ ਹੁੰਦਾ ਵੀ ਮਾਸਕ ਕਿਵੇਂ ਪਹਿਨਣਾ ਹੈ, ਕਿੱਥੇ ਉਹ ਕਰਨਾ। ਫਿਰ ਉਹਨਾਂ ਨੂੰ ਅੱਕ ਜਾਂਦੇ ਨੂੰ ਪਹਿਨ ਕੇ, ਕਿਉਂਕਿ ਜਿਹਨੇ ਕਦੇ ਮਾਸਕ ਪਹਿਨਿਆ ਨਹੀਂ ਉਹਨੂੰ ਤਾਂ ਬੁਰਾ ਲੱਗੇਗਾ, ਔਖਾ ਲੱਗੇਗਾ ਸਾਰਾ ਦਿਨ ਪਹਿਨਣਾ। ਸਰਜਨ ਤਾਂ ਆਮ ਹੀ 12-12 ਘੰਟੇ ਆਪਰੇਸ਼ਨ ਕਰਦੇ ਰਹਿੰਦੇ ਪਹਿਨ ਕੇ। ਸੋ ਇਸ ਕਰਕੇ ਇਹਨਾਂ ਨੇ ਸੋਚਿਆ ਹੀ ਨਹੀਂ ਵੀ ਜਿਹੜਾ ਅਸੀਂ ਮਾਸਕ ਪਹਿਨਣ ਦੀ ਗੱਲ ਕਹਿੰਦੇ ਹਾਂ, ਇਹਨੂੰ ਅਸੀਂ ਐਕਲੇਮੇਟਾਈਜ਼ ਕਰੀਏ ਲੋਕਾਂ ਦੇ ਨਾਲ। ਦੂਜਾ ਗੱਲ, ਇਸ ਨੂੰ ਇੰਡੀਜਨਾਈਜ਼ ਕਰੀਏ। ਜੇ ਅਸੀਂ ਕਹਾਂਗੇ N95 ਮਾਸਕ ਲੈ ਕੇ ਆਓ ਅਤੇ ਉਹੀ ਪਹਿਨੇ ਜਾਣਗੇ, ਫਿਰ ਗੜਬੜ ਹੋਏਗੀ। ਸਾਡੇ ਕੋਲ DRDO ਸੰਸਥਾ ਹੈਗੀ ਹੈ, ਉਹ ਇਹ ਜਿਹੀਆਂ ਚੀਜ਼ਾਂ 'ਤੇ ਸਟੱਡੀ ਕਰਦੀ ਹੈ। ਉਹ ਸਟੱਡੀ ਕਰਕੇ ਬਣਾ ਸਕਦੀ ਵੀ ਜੋ ਸਾਡੇ ਕੋਲ ਕੱਪੜਾ ਮਿਲਦਾ ਹੈ, ਭਾਈ ਤੁਸੀਂ ਆਪਦੇ ਘਰਾਂ 'ਚ ਹੀ ਬਣਵਾ ਲਓ ਮਾਸਕ। ਲੋਕ ਘਰਾਂ 'ਚ ਕੱਪੜੇ ਨਹੀਂ ਸੀਂਦੇ, ਇਹ ਮਾਸਕ ਬਣਾਉਣਾ ਕੀ ਔਖਾ ਸੀ, ਉਹਦੀ ਸਪੈਸੀਫਿਕੇਸ਼ਨ ਦੱਸ ਦਿਓ ਇੱਦਾਂ ਦਾ ਬਣਾਉਣਾ, ਉਹ ਬਣਾ ਲੈਂਦੇ ਔਰ ਸਸਤੇ ਪੈਂਦੇ, ਲੋਕਾਂ ਨੂੰ ਆਮ ਹੀ ਘਰਾਂ 'ਚ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਜਾਂਦਾ। ਸੋ ਅਸੀਂ ਉਹ ਵੀ ਨਹੀਂ ਕਰਿਆ। ਦੂਜਾ ਅਸੀਂ ਇਹ ਨਹੀਂ ਦੱਸਿਆ ਪਾਉਣਾ ਕਿਵੇਂ ਹੈ। ਹੁਣ ਜਦ ਵੀ ਕੋਈ, ਮੈਂ ਆਪਦਾ ਡਾਕਟਰੀ ਦੇ ਤੌਰ 'ਤੇ ਤਜਰਬਾ ਦੱਸ ਦਿੰਦਾ ਵੀ ਜੇ ਮੈਂ ਕੋਈ ਫਰਜ਼ ਕਰੋ ਅਸੀਂ ਚੀਜ਼ ਲੈਂਦੇ ਹਾਂ ਕਿਸੇ ਤੋਂ, ਦੂਜੇ ਪੈਥੀ ਵਾਲੇ ਤੋਂ ਕੋਈ ਲੈ ਲਈ ਦਵਾਈ ਵੀ, ਯਾਰ ਉਹਨਾਂ ਦਾ ਇਹ ਅਸਰ ਕਰਦੀ ਹੈ, ਸਾਡੀ ਐਲੋਪੈਥੀ ਨਹੀਂ ਕਰਦੀ। ਕਈ ਵਾਰੀ ਉਹਨੂੰ 4-4 ਵਾਰੀ ਪੁੱਛੀਦਾ ਵੀ ਇਹਨੂੰ ਕਿਵੇਂ ਲਈਏ। ਇਹਦਾ ਮਤਲਬ ਇਹ ਹੈ ਵੀ ਬੰਦੇ ਨੂੰ ਉਹਦੇ ਆਤਮਸਾਤ ਕਰਾਉਣ ਵਾਸਤੇ ਕਿ ਮਾਸਕ ਕਿਉਂ ਜ਼ਰੂਰੀ ਹੈ, ਕਿਵੇਂ ਪਹਿਨਣਾ ਹੈ, ਕਿਵੇਂ ਰੱਖਣਾ ਹੈ, ਇਹਦੇ ਵਾਸਤੇ ਕਾਫੀ ਮਿਹਨਤ ਦੀ ਲੋੜ ਸੀ। ਅਸੀਂ ਹੁਕਮ ਕਰਤਾ ਮਾਸਕ ਪਹਿਨੋ। ਸੋ ਇਹ ਸਾਡਾ ਗਲਤ ਸੀ। ਦੂਜਾ, ਉਹ ਆਰਥਿਕ ਤੌਰ 'ਤੇ ਵੀ ਵਿਹਾਰਕ ਨਹੀਂ ਸੀ। ਕਿਵੇਂ ਵੀ ਜਿਹੜੇ ਬੱਚੇ ਨੂੰ ਕੱਛੀ ਨਹੀਂ ਮਿਲਦੀ ਪਹਿਨਣ ਨੂੰ, ਉਹ ਇੰਨੇ ਮਾਸਕ ਕਿੱਥੋਂ ਖਰੀਦੇਗਾ ਵਿਚਾਰਾ ਗਰੀਬ ਆਦਮੀ। ਇੱਦਾਂ ਹੀ ਅਸੀਂ ਕਿਹਾ ਵਾਰ-ਵਾਰ ਹੱਥ ਧੋਵੋ, ਅਤੇ ਜਿਹਨੂੰ ਪਾਣੀ ਨਹੀਂ ਮਿਲਦਾ ਪੀਣ ਨੂੰ, ਉਹਨੂੰ ਹੱਥ ਧੋਣ ਨੂੰ ਪਾਣੀ ਇੰਨਾ ਕਿਵੇਂ ਮਿਲ ਜਾਏਗਾ 20 ਵਾਰੀ ਹੱਥ ਧੋਣ ਨੂੰ। ਫਿਰ ਅਸੀਂ ਕਹਿੰਦਾ 6 ਫੁੱਟ ਦੀ ਦੂਰੀ ਰੱਖੋ। ਜਿਹੜਾ ਇੱਕ ਝੌਂਪੜੀ 'ਚ ਰਹਿੰਦਾ 8x8 ਦੀ 'ਚ 6 ਜੀ ਰਹਿੰਦੇ ਨੇ, 7 ਰਹਿੰਦੇ ਨੇ, ਤਾਂ ਉਹ 6 ਫੁੱਟ ਦੀ ਦੂਰੀ ਕਿਵੇਂ ਰੱਖਣਗੇ। ਇਹੋ ਜਿਹੀ ਜਨਤਾ ਜਿਹੜੇ ਕੋਲ ਪੀਣ ਨੂੰ ਪਾਣੀ ਨਹੀਂ ਹੈ, ਜਵਾਕ ਵਾਸਤੇ ਕੱਛੀ ਨਹੀਂ ਹੈ, ਸੌਣ ਵਾਸਤੇ ਜਗ੍ਹਾ ਨਹੀਂ ਹੈ, ਪੁੰਜੇ ਸੌਂਦਾ ਹੈ ਜਾਂ 2-2 3-3 ਬੰਦੇ ਇਕੱਠੇ ਸੌਂਦੇ ਨੇ ਇੱਕ ਜਗ੍ਹਾ 'ਤੇ, ਉਹੀ ਜਿਹੀ ਜਨਤਾ 100 ਕਰੋੜ ਹੈ ਭਾਰਤ 'ਚ। ਫਿਰ ਇਹਦਾ ਮਤਲਬ ਜਿਹੜਾ ਕੁਛ ਅਸੀਂ ਆ ਕਿਹਾ 3 ਚੀਜ਼ਾਂ ਵੀ ਇਹਨੂੰ ਰੋਕਣ ਦੇ ਤਰੀਕੇ ਨੇ ਕਿ ਮਾਸਕ ਪਹਿਨੋ, 6 ਫੁੱਟ ਦੂਰ ਰਹੋ, ਵਾਰ-ਵਾਰ ਹੱਥ ਤੋਂ ਬਾਅਦ ਤੁਸੀਂ ਫੋਨ ਕਰ ਦਿਓ, ਨਾਲ ਹੀ ਨਾਲ ਇਹ ਆਉਣਾ ਪਾਠ ਸ਼ੁਰੂ ਹੋ ਜਾਂਦਾ ਹੈ। ਇਹਦਾ ਮਤਲਬ ਅਸੀਂ 100 ਕਰੋੜ ਦੀ ਤਾਂ ਕਦੀ ਨਹੀਂ ਕਰੀ, ਅਸੀਂ ਤਾਂ 40 ਕਰੋੜ ਦੀ ਗੱਲ ਕਰੀ ਹੈ। ਜਿਹੜਾ ਮਾਸਕ ਲੈ ਵੀ ਸਕਦਾ ਹੈ, ਚੇਤਨ ਵੀ ਹੈ, ਚਲੋ ਸਿੱਖ ਵੀ ਲਏਗਾ ਪਹਿਨਣਾ, ਅਤੇ ਉਹ ਵਾਰ-ਵਾਰ ਹੱਥ ਵੀ ਧੋਲੇਗਾ, ਸੈਨੀਟਾਈਜ਼ਰ ਵੀ ਕੋਲ ਰੱਖ ਲਏਗਾ। ਸੋ 100 ਕਰੋੜ ਨੂੰ ਜਦ ਅਸੀਂ ਐਡਰੈਸ ਨਹੀਂ ਕਰਾਂਗੇ ਤਾਂ 40 ਕਰੋੜ ਨੂੰ ਐਡਰੈਸ ਕਰਕੇ ਅਸੀਂ ਕਰੋੜਾਂ ਕਿਵੇਂ ਰੋਕਾਂਗੇ। ਇਸੇ ਕਰਕੇ ਜਦ ਜਿਹੜੇ ਇਹ ਆਪਣੇ ਮਜ਼ਦੂਰ ਚਲੇ ਗਏ, ਉਹਨੂੰ ਜਾਣਾ ਪਿਆ। ਅਸੀਂ ਘਰਾਂ 'ਚ ਬੰਦ ਕਰਤਾ ਲੋਕਾਂ ਨੂੰ, 1 ਲੱਖ ਗੱਡੀਆਂ ਬੰਦ ਕਰਤੀਆਂ, 1 ਲੱਖ ਬੱਸਾਂ ਬੰਦ ਕਰਤੀਆਂ, ਜਹਾਜ਼ ਬੰਦ ਕਰਤੇ। ਮੈਂ ਉੱਥੇ ਅਮਰੀਕਾ 'ਚ ਫਸਿਆ ਹੋਇਆ ਸੀ ਉਹਨਾਂ ਦਿਨਾਂ 'ਚ। ਉੱਥੇ ਸੱਚਮੁੱਚ ਨਾ ਕੋਈ ਇੰਟਰਨਲ ਫਲਾਈਟ ਬੰਦ ਸੀ, ਨਾ ਕੋਈ ਉੱਥੇ ਆਪਣੀਆਂ ਗੱਡੀਆਂ ਟ੍ਰੇਨਾਂ ਬੰਦ ਸੀ, ਨਾ ਕੋਈ ਉੱਥੇ ਬੱਸਾਂ ਬੰਦ ਸੀ, ਲੋਕਲ ਬੱਸਾਂ ਚੱਲਦੀਆਂ ਮੈਂ ਦੇਖੀ ਨਾ ਆਪ, ਨਾ ਉੱਥੇ ਟਰੱਕ ਬੰਦ ਸੀਗੇ, ਨਾ ਉੱਥੇ ਆਪਣੀਆਂ ਜਿਹੜੀਆਂ ਆਪਦੀਆਂ ਕਾਰਾਂ, ਨਿੱਜੀ ਕਾਰਾਂ ਬੰਦ ਸੀਆਂ, ਨਾ ਟੈਕਸੀਆਂ ਬੰਦ, ਉੱਥੇ ਕੋਈ ਬੰਦ ਸੀ, ਨਾ ਕੋਈ ਮਾਲ ਬੰਦ ਸੀਗੇ। ਹੋਟਲ ਖੁੱਲ੍ਹੇ ਸੀ, ਹੋਟਲ 'ਚ ਸਿਰਫ ਖਾਣਾ ਤੁਸੀਂ ਘਰੇ ਲਿਜਾ ਸਕਦੇ ਹੋ, ਉੱਥੇ ਬੈਠ ਕੇ ਨਹੀਂ ਖਾ ਸਕਦੇ ਸੀ। ਪਾਰਕ ਖੁੱਲ੍ਹੇ ਸੀ, ਸੈਰ ਕਰ ਸਕਦੇ ਹੋ, ਪਰ ਗੱਡੀ ਲਿਜਾਣੀ ਬੰਦ ਕਰਤੀ ਸੀ ਅੰਦਰ ਉਹਨਾਂ ਨੇ ਵੀ ਪੈਦਲ ਜਾਓ ਬਸ। ਸੋ ਉੱਥੇ ਉਹਨਾਂ ਕੋਲ ਸਾਡੇ ਨਾਲੋਂ ਜ਼ਿਆਦਾ ਕੇਸ ਨੇ, ਹੁਣ ਵੀ ਜ਼ਿਆਦਾ ਨੇ। ਅਮਰੀਕਾ ਦੇ ਵਿੱਚ ਜਿਹੜਾ ਹਰ 10ਵਾਂ ਬੰਦਾ ਗ੍ਰਸਤ ਹੋ ਚੁੱਕਿਆ, 3.5 ਕਰੋੜ ਕੇਸ ਆ ਉੱਥੇ, ਅਤੇ ਉੱਥੇ ਮੌਤਾਂ ਵੀ ਜ਼ਿਆਦਾ ਨੇ, 5.5 ਲੱਖ ਮੌਤਾਂ ਹੋ ਚੁੱਕੀਆਂ। ਸਾਡੇ ਤਾਂ ਹਰ 80ਵਾਂ ਬੰਦਾ ਗ੍ਰਸਤ ਹੋਇਆ ਅਜੇ ਤੱਕ। ਪਰ ਇੱਥੇ ਡਾਕਟਰ ਸਾਹਿਬ ਮੈਂ ਤੁਹਾਨੂੰ ਰੋਕਣਾ ਚਾਹਾਂਗੀ, ਦੂਸਰੀ ਲਹਿਰ ਤਾਂ ਚੱਲ ਹੀ ਰਹੀ ਹੈ, ਤੀਸਰੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ। ਔਰ ਜਿੱਥੋਂ ਤੱਕ ਜੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਗੱਲ ਕਰੀਏ, ਪਿਛਲੇ ਦਿਨਾਂ ਉਹ ਜਿਹੜੇ ਵਰਚੁਅਲ ਜਿਹੜਾ ਮੀਡੀਅਮ ਹੈਗਾ ਉਹਦੇ ਥਰੂ ਰੂਬਰੂ ਹੋ ਗਏ ਸੀਗੇ ਜਨਤਾ ਦੇ ਨਾਲ ਕੋਵਿਡ ਨੂੰ ਲੈ ਕੇ ਖਾਸ ਕਰਕੇ, ਅਤੇ ਉਹਨਾਂ ਨੇ ਗੱਲ ਕਹੀ ਸੀ ਕਿ ਤੀਸਰੀ ਲਹਿਰ ਦੇ ਵਿੱਚ ਜਿਹੜਾ ਹੈਗਾ
ਉਹ ਹੁਣ ਮਈ ਦੇ ਆਪਣੇ ਮੱਧਮ ਦੇ ਵਿੱਚ ਮਿਡਲ ਦੇ ਵਿੱਚ ਤਾਂ ਡਾਊਨ ਜਾਣ ਵਾਲਾ ਗ੍ਰਾਫ ਇੱਕ ਵਾਰੀ, ਫਿਰ ਸੈਪਟੰਬਰ ਦੇ ਵਿੱਚ ਫਿਰ ਸ਼ਾਇਦ ਦੁਬਾਰਾ ਤੋਂ ਤੀਸਰੀ ਲਹਿਰ ਆਏਗੀ। ਕੁਝ ਜਗ੍ਹਾ 'ਤੇ ਆਪਾਂ ਪੜ੍ਹ ਰਹੇ ਹਾਂ ਕਿ ਸੈਪਟੰਬਰ ਟੂ ਦਸੰਬਰ ਦੇ ਵਿੱਚ ਜਿਹੜਾ ਹੈਗਾ ਉਹ ਤੀਸਰੀ ਲਹਿਰ ਆਏਗੀ। ਕੁਝ ਖਬਰਾਂ ਮੈਂ ਪਿਛਲੇ ਦਿਨਾਂ 'ਚ ਘੋਖਦੇ ਰਹੀ ਹਾਂ, ਦੇਖ ਵੀ ਰਹੀ ਹਾਂ, ਉਹਦੇ ਵਿੱਚ ਇੱਥੇ ਤੱਕ ਗੱਲ ਆਈ ਹੈ ਕਿ ਜਿਹੜੀ ਥਰਡ ਫੇਜ਼ ਆਫ ਕਰੋਨਾ ਆਉਣ ਵਾਲਾ ਹੈ, ਉਹਦੇ ਵਿੱਚ ਖਾਸ ਕਰਕੇ ਛੋਟੇ ਬੱਚੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਇਹਦੀ ਗ੍ਰਿਫਤ 'ਚ ਆਉਣ ਵਾਲੇ ਨੇ, ਚਪੇਟ 'ਚ ਆਉਣ ਵਾਲੇ ਨੇ। ਤੁਹਾਨੂੰ ਕੀ ਲੱਗਦਾ ਵੀ ਐਸਾ ਕੀ ਹੈ? ਕਿਉਂਕਿ ਉਹ ਆਪਾਂ ਮਿਊਟੈਂਟ ਹੋ ਰਿਹਾ, ਉਸ ਦੀ ਤਾਂ ਗੱਲ ਹੀ ਕਰ ਰਹੇ ਹਾਂ ਕਿ ਬਾਰ-ਬਾਰ ਮਿਊਟੈਂਟ ਹੋ ਰਿਹਾ ਹੈ। ਕਿਉਂਕਿ ਹੁਣ ਇਹਨੇ ਜਿੱਥੋਂ ਇਹਦੇ ਸੁਭਾਅ ਤੋਂ ਲੱਗਦਾ, ਮੈਂ ਡਾਕਟਰ ਤਾਂ ਨਹੀਂ, ਪਰ ਜੋ ਖਬਰਾਂ ਪੜ੍ਹੀ ਦੀਆਂ ਜਾਂ ਕੁਛ ਵੀ ਹੈ ਉਸ ਹਿਸਾਬ ਦੇ ਨਾਲ ਲੱਗਦਾ ਹੈ ਕਿ ਇਸ ਵਾਇਰਸ ਨੇ ਇੱਥੋਂ ਦਾ ਜਿਹੜਾ ਵਾਤਾਵਰਨ ਹੈ ਉਹਨੂੰ ਲੈ ਕੇ ਆਪਣੇ ਆਪ ਨੂੰ ਅਨੁਕੂਲ ਕਰ ਲਿਆ ਸ਼ਾਇਦ। ਦੇਖੋ, ਜਿੱਥੇ ਤੱਕ ਸਵਾਲ ਹੈ, ਜਿਹੜਾ ਵਾਇਰਸ ਹੈ ਉਹ ਬੜੀ ਤੇਜ਼ੀ ਨਾਲ ਆਪਣੇ ਅਨੁਕੂਲਨ ਕਰਦਾ ਹੈ ਜਿੱਥੇ ਵੀ ਜਾਂਦਾ ਹੈ। ਅਤੇ ਵਾਇਰਸ 'ਤੇ ਹੋਰ ਵੀ ਬਹੁਤ ਨੇ, ਇਹ ਵੀ ਆ, ਇਹਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਆਪ ਜੀ ਦੀ, ਕਿ ਇਹਨੇ ਅਨੁਕੂਲਨ ਕਰ ਲਿਆ ਆਪਣੇ ਆਪ ਨੂੰ, ਇਹਨੇ ਘਰ ਬਣਾ ਲਿਆ ਕਰੋ ਆਪਣਾ। ਇਹ ਬਹੁਤਾ ਡਰਦਾ ਨਹੀਂ ਹੁਣ ਇਸ ਤੋਂ, ਉਹ ਪਰ ਦੁਨੀਆ 'ਚ ਹੀ ਬਣਾ ਲਿਆ ਉਹਨੇ, ਉਹ ਕਦੇ ਸਾਡੇ ਨਹੀਂ ਬਣਾਇਆ। ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿ ਵੀ ਉਹ ਵੇਵ ਪਹਿਲੀ ਹੋਵੇ, ਦੂਜੀ ਹੋਵੇ, ਤੀਜੀ ਹੋਵੇ, ਚੌਥੀ ਹੋਵੇ, ਅਨੁਕੂਲਨ ਕਰਿਆ ਹੋਵੇ ਨਾ ਕਰਿਆ ਹੋਵੇ, ਉਹ 65 ਸਾਲ ਤੋਂ ਉੱਪਰ ਵਾਲਿਆਂ ਨੂੰ ਫਿਟ ਕਰੇ, 50 ਸਾਲ ਤੋਂ ਉੱਪਰ ਨੂੰ ਕਰੇ, 30 ਸਾਲ ਤੋਂ ਉੱਪਰ ਨੂੰ ਕਰੇ, ਉਹ 10 ਸਾਲ ਤੋਂ ਉੱਪਰ ਨੂੰ ਕਰੇ, ਉਹ ਨਵੇਂ ਜੰਮਿਆਂ ਨੂੰ ਕਰੇ, ਇਹ ਮੇਰਾ ਵੱਡਾ ਉਹਨਾਂ ਕੰਸਰਨ ਨਹੀਂ। ਪਹਿਲਾਂ ਕੰਸਰਨ ਇਹ ਹੈ ਵੀ ਜਿਹਨੂੰ ਵੀ ਇਫੈਕਟ ਕਰਦੀ ਹੈ ਇਹਨੂੰ ਹੈਂਡਲ ਕਰਨਾ ਚਾਹੀਦਾ ਸੀ। 3 ਮੁਲਕ ਦੁਨੀਆ ਦੇ ਐਸੇ ਨੇ ਜਿਨ੍ਹਾਂ ਦੇ ਹੁਕਮਰਾਨ ਅਸਲ 'ਚ ਕੀ ਹੈ, ਜੈਸਾ ਰਾਜਾ ਤੈਸੀ ਪ੍ਰਜਾ, ਜੋ ਹੁਕਮਰਾਨ ਕਰੇਗਾ ਤਾਂ ਹੋਣੀ ਹੈ। 3 ਦੁਨੀਆ ਦੇ ਹੁਕਮਰਾਨ ਐਸੇ ਸੀ ਜਿਹੜੇ ਆਪਦੇ ਆਪ 'ਚ ਹੰਕਾਰੀ ਸੀਗੇ, ਉਹਨਾਂ ਨੇ ਕੋਈ ਰਾਏ ਨਹੀਂ ਲੈਣੀ, ਕੋਈ ਕੁਛ ਨਹੀਂ ਕਰਨਾ। ਔਰ ਉਹਨਾਂ 'ਚ ਵਿਕਸਿਤ ਮੁਲਕ, ਸਭ ਤੋਂ ਵਿਕਸਿਤ ਮੁਲਕ ਅਮਰੀਕਾ। ਟਰੰਪ ਸਾਹਿਬ ਲੋਕਾਂ ਨੂੰ ਕਹਿੰਦਾ ਸੋਡੀਅਮ ਹਾਈਪੋਕਲੋਰਾਈਟ ਪੀ ਲਓ। ਕਈ ਬੱਚੇ ਉੱਥੇ ਮੇਰੇ ਹੁੰਦੇ, ਮੈਂ ਦੇਖਿਆ, ਡਾਕਟਰ ਸਰ ਨੂੰ ਜਾਣਦੇ ਸੀਗੇ, ਉਹਨਾਂ ਕੋਲ ਆਏ ਨੇ, ਉਹ ਜ਼ਹਿਰਵਾਰ ਨਾਲ ਪੋਇਜ਼ਨਿੰਗ ਹੋ ਗਈ। ਅਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਜੀ ਮਹਾਂਪੁਰਸ਼, ਇਹਨਾਂ ਨੇ ਵੀ ਇਹੀ ਵੀ ਥਾਲੀਆਂ ਖੜਕਾ ਲਓ, ਇਹ ਕਰੋ। ਇੱਕ ਇਹਨਾਂ ਦਾ ਹੋਰ ਦੋਸਤ ਆ ਬ੍ਰਾਜ਼ੀਲ ਵਾਲਾ, ਉਹਨੇ ਵੀ ਇਹੀ ਕੁਛ ਕਰਿਆ। ਮੈਂ ਤਾਂ ਕਹਿੰਦਾ ਮਾਸਕ ਪਹਿਨਦਾ ਹੀ ਨਹੀਂ, ਕੁਝ ਹੁੰਦਾ ਹੀ ਨਹੀਂ। ਇਹ ਤਿੰਨੇ ਸਭ ਤੋਂ ਜ਼ਿਆਦਾ ਝੰਬੇ ਹੋਏ ਨੇ। ਨੰਬਰ 1 'ਤੇ ਕੇਸ ਜਿਹੜੇ ਨੇ ਅਮਰੀਕਾ 'ਚ ਨੇ, ਨੰਬਰ 2 'ਤੇ ਭਾਰਤ 'ਚ ਨੇ, ਨੰਬਰ 3 'ਤੇ ਬ੍ਰਾਜ਼ੀਲ 'ਚ ਨੇ। ਮੌਤਾਂ ਦੇ ਹਿਸਾਬ ਨਾਲ ਨੰਬਰ 1 'ਤੇ ਅਮਰੀਕਾ 5.5 ਲੱਖ ਮੌਤਾਂ ਹੋਈਆਂ ਨੇ, ਨੰਬਰ 2 'ਤੇ ਬ੍ਰਾਜ਼ੀਲ ਹੈ 4 ਲੱਖ ਤੋਂ ਉੱਪਰ ਮੌਤਾਂ ਹੋਈਆਂ ਨੇ, ਨੰਬਰ 3 'ਤੇ ਭਾਰਤ ਹੈ ਜਿੱਥੇ 2.5 ਲੱਖ ਤੋਂ ਉੱਪਰ ਮੌਤਾਂ ਹੋਈਆਂ ਨੇ। ਸੋ ਇਸ ਕਰਕੇ ਦੁਨੀਆ ਦੇ ਜੇ ਤਿੰਨਾਂ ਮੁਲਕਾਂ ਨੂੰ ਦੇਖੀਏ, ਅੱਧੇ ਕੇਸ ਤਾਂ ਇਹਨਾਂ ਕੋਲ ਪਏ ਨੇ। ਸੋ ਇਹ ਕਿਉਂਕਿ ਇਹਨਾਂ ਹੁਕਮਰਾਨਾਂ ਨੇ, ਜਿਹੜਾ ਇੱਕ ਤਾਂ ਅਮਰੀਕਾ ਦੇ ਕੋਲ ਤਾਂ ਹਲਕੇ ਸਾਇੰਟੀਫਿਕ ਅਪਰੋਚ ਬਥੇਰੀ ਹੈ, ਉਹਨੇ ਤਾਂ ਲੋਕਾਂ ਨੂੰ ਮਿਸਗਾਈਡ ਕਰਿਆ ਬਹੁਤ ਜ਼ਿਆਦਾ ਹੰਕਾਰ 'ਚ। ਜਿਹੜੇ ਸੀਗਾ 2, ਇਹਨਾਂ ਕੋਲ ਤਾਂ ਪੈਸੇ ਪੂਸੇ, ਬ੍ਰਾਜ਼ੀਲ ਵਾਲੇ ਕੋਲ ਕਿੰਨੇ ਪੈਸੇ ਨੇ ਜਾਂ ਸਾਡੇ ਕੋਲ ਕੀ ਹੈ, ਨਾ ਤਾਂ ਸਾਡੇ ਕੋਲ ਪੈਸਾ ਹੈ ਨਾ ਕੁਛ ਹੋਰ ਹੈ। ਅਸੀਂ ਉਹ ਲੋਕਾਂ ਨੂੰ ਹੋਰ ਭੰਬੜ ਭੁੱਸੇ 'ਚ ਪਾ ਲਿਆ। ਬਾਕੀ ਫਾਇਦੇ ਸਾਰੀ ਦੁਨੀਆ 'ਚ ਹੈ। ਅੱਜ ਤੁਸੀਂ ਮੰਨੋਗੇ ਦੁਨੀਆ ਦੇ 115 ਮੁਲਕ ਉਹ ਨੇ ਜਿਨ੍ਹਾਂ 'ਚ ਪ੍ਰਤੀ ਮਿਲੀਅਨ ਪਾਪੂਲੇਸ਼ਨ ਮੌਤ ਦਰ ਵੀ ਸਾਡੇ ਨਾਲੋਂ ਘੱਟ ਹੈ ਅਤੇ ਕੇਸ ਵੀ ਸਾਡੇ ਨਾਲੋਂ ਘੱਟ ਨੇ। ਓਵਰਆਲ ਪਾਪੂਲੇਸ਼ਨ ਤਾਂ ਵੈਸੇ ਹੀ ਘੱਟ ਹੋਣੇ ਕਿਉਂਕਿ ਸਾਡੀ ਪਾਪੂਲੇਸ਼ਨ ਵੱਧ ਹੈ ਪ੍ਰਤੀ ਮਿਲੀਅਨ ਦੇ ਹਿਸਾਬ ਨਾਲ ਵੀ, ਜਿਹੜਾ ਇੱਕ ਸਾਇੰਟੀਫਿਕ ਫਾਰਮੂਲਾ ਹੈ। ਇਸੇ ਤਰ੍ਹਾਂ ਹੀ ਦੂਜੀ ਗੱਲ, ਸਾਡੇ ਆਲੇ ਦੁਆਲੇ ਮੁਲਕ ਨੇ ਜਿੰਨੇ, ਉਹ ਸਭ ਤੋਂ ਜ਼ਿਆਦਾ ਗਰੀਬ ਨੇ ਸਾਰੇ ਦੇ ਸਾਰੇ। ਇੱਕ ਵੀ ਮੁਲਕ ਸਭ ਤੋਂ ਅਮੀਰ ਨਹੀਂ ਹੈ। ਅਫਗਾਨਿਸਤਾਨ 'ਚ ਸਾਡੇ 9 ਕੇਸ ਪ੍ਰਤੀ ਮਿਲੀਅਨ ਜਿਹੜੇ ਹੈਗੇ ਨੇ ਉਹ ਚੌਥਾ ਹਿੱਸਾ ਨੇ। ਪਾਕਿਸਤਾਨ, ਉੱਥੇ ਸਾਡੇ 9 ਕੇਸ ਨੇ ਜਿਹੜੇ 35% ਨੇ। ਜੇ ਸਾਡੇ 100 ਹੈ ਤਾਂ ਉਹਨਾਂ ਦੇ 35 ਨੇ, 10 ਲੱਖ ਦੇ ਪਿੱਛੇ। ਇੱਦਾਂ ਹੀ ਯਾਨੀ ਕਿ 100 ਨਹੀਂ, ਸਾਡੇ ਹੈਗਾ 17,000, ਜਿਵੇਂ ਉਹਨਾਂ ਦਾ ਹੈਗਾ 4,000, 25% ਜ਼ਿਆਦਾਤਰ। ਇੱਦਾਂ ਹੀ ਬੰਗਲਾਦੇਸ਼ ਹੈ। ਬੰਗਲਾਦੇਸ਼ ਦੇ ਵਿੱਚ ਕੇਸ 4600 ਹੈ, ਸਾਡੇ 17,200 ਕੁਛ ਹੈ। ਇਸੇ ਤਰ੍ਹਾਂ ਸ਼੍ਰੀਲੰਕਾ ਹੈ, ਉੱਥੇ ਸਾਰੇ 1500 ਹੈ। ਇਸੇ ਤਰ੍ਹਾਂ ਅਸੀਂ ਅੱਗੇ ਜਾਈਏ ਬਰਮਾ ਦੇ ਵਿੱਚ ਵੀ 3000 ਹੈ। ਸੋ ਜਦ ਅਸੀਂ ਜਾਂਦੇ ਸਿੰਗਾਪੁਰ ਹੈ, ਮਲੇਸ਼ੀਆ ਹੈ, ਇਹਨਾਂ ਦੇ ਵਿੱਚ ਸਾਡੇ ਨਾਲੋਂ 4-4, 5-5 ਹਜ਼ਾਰ ਘੱਟ ਹੈ ਪਰ ਮਿਲੀਅਨ। ਨੇਪਾਲ ਹੈ, ਇਹਦੇ 'ਚ ਵੀ ਸਾਡੇ ਨਾਲੋਂ 4-5 ਹਜ਼ਾਰ ਘੱਟ, ਉੱਥੇ 13,000 ਹੈ। ਭੂਟਾਨ ਹੈ, ਉੱਥੇ ਬੜੇ ਘੱਟ ਨੇ। ਸੋ ਜੇ ਸਾਡੇ ਆਲੇ ਦੁਆਲੇ ਇਹ ਸਾਰੇ ਸਭ ਤੋਂ ਗਰੀਬ ਨੇ ਅਤੇ ਇਹਨਾਂ ਸਾਰਿਆਂ 'ਚ ਹੀ ਜਿਹੜੀ ਮੌਤ ਦਰ ਘੱਟ ਹੈ, ਕੇਸ ਘੱਟ ਨੇ, ਔਰ ਇਹਨਾਂ ਸਾਰਿਆਂ ਦੀ ਜਿਹੜੀ ਇਕੱਲੀ ਇਕੋਨਮੀ ਦੇ ਤੌਰ 'ਤੇ ਹੀ ਨਹੀਂ, ਟੈਕਨੋਲੋਜੀ ਦੇ ਤੌਰ 'ਤੇ ਵੀ ਸਾਡੇ ਜਿੰਨੇ ਐਡਵਾਂਸ ਨਹੀਂ ਹੈਗੇ। ਇਹਦਾ ਮਤਲਬ ਕੋਈ ਨਾ ਕੋਈ ਤਾਂ ਉੱਥੇ ਕੁਛ ਕਰੇ ਹੀ ਹੈ। ਜੇ ਤਾਂ ਆਪਾਂ ਆਖੇ ਵੀ ਨਾਲ ਲੱਗਦੇ, ਪਹਿਲੀ ਗੱਲ ਉਹ ਚੀਨ, ਬਰਮਾ, ਮਲੇਸ਼ੀਆ, ਇਹ ਤਾਂ ਚੀਨ ਦੇ ਨੇੜੇ ਨੇ। ਦੂਜੀ ਗੱਲ ਜੇ ਆਪਾਂ ਆਖੀਏ ਇੱਧਰ ਨਾਲ ਲੱਗਦੇ, ਭਾਰਤ ਦੇ ਨਾਲ ਲੱਗਦੇ ਨੇ ਸਾਰੇ, ਭਾਰਤ ਵਾਲਾ ਫੈਲ ਜਾਣਾ ਚਾਹੀਦਾ ਸੀ ਫਿਰ। ਸੋ ਜਿਹੜੇ ਇਹੋ ਜਿਹੀਆਂ ਐਕਸਪਲੇਨੇਸ਼ਨਾਂ ਦਿੱਤੀਆਂ ਜਾਂਦੀਆਂ ਨਾ ਲੋਕਾਂ ਵੱਲੋਂ, ਕਈ ਵਾਰੀ ਅੱਧ ਘੱਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹ ਇਹ ਸਾਰਾ ਤੁਹਾਨੂੰ ਸੰਦਰਭ ਦੇਖਣਾ ਪਊਗਾ। ਫਿਰ ਇਹਨਾਂ 'ਚ ਕਿਉਂ ਨਹੀਂ ਆਪਾਂ ਦੇਖਦੇ ਹਾਂ। ਜੇ ਕੋਈ ਕਹਿੰਦਾ ਵੀ ਇਹ ਲਾਗ ਦੀ ਬਿਮਾਰੀ ਹੈ ਜੀ,
10 ਬੰਦੇ ਬੈਠੇ ਨੇ, ਉਹਨਾਂ 'ਚੋਂ ਸਿਰਫ ਇੱਕ ਨੂੰ ਹੋਵੇ ਤਾਂ ਸਾਨੂੰ ਸੋਚਣਾ ਪਊਗਾ ਵੀ ਡਾਕ ਦੀ ਉਨੀ ਨਹੀਂ ਹੋਣੀ, ਇਹਦਾ ਮਤਲਬ ਉਹਦੇ 'ਚ ਕੋਈ ਕਮਜ਼ੋਰੀ ਹੋਣੀ ਹੈ ਸਰੀਰ 'ਚ। ਹਾਂ, ਜੇ 10 ਚੋਂ 4-5 ਨੂੰ ਫੈਲ ਗਿਆ ਫਿਰ ਆਪਾਂ ਕਹਾਂਗੇ ਡਾਕ ਦੀ ਹੋਏਗੀ। ਜੇ ਇੱਕੋ ਸਮੇਂ ਉਨਾ ਹੀ ਟਾਈਮ 10 ਬੰਦੇ ਇਕੱਠੇ ਬੈਠੇ ਨੇ, ਉਹਨਾਂ 'ਚ ਇੱਕ ਬਿਮਾਰ ਸੀ, ਜੇ ਤਾਂ ਉਹਨਾਂ 'ਚੋਂ 3-4 ਨੂੰ ਹੋ ਗਈ ਫਿਰ ਤਾਂ ਆਪਾਂ ਡਾਕ ਦੀ ਮੰਨ ਸਕਦੇ। ਜੇ ਇੱਕ ਨੂੰ ਹੋਈ ਹੈ ਤਾਂ ਉਹਨੂੰ ਡਾਕ ਦੀ ਨਹੀਂ ਕਹਿ ਸਕਦੇ, ਜਿੰਨਾ 'ਚ ਕੋਈ ਪਰਟੀਕੂਲਰ ਇਹ ਨਹੀਂ ਕਹਿੰਦੇ ਵੀ ਇਹਦਾ ਜੀ ਥੁੱਕ ਇਹਦੇ 'ਤੇ ਗਿਰਿਆ ਸੀ, ਬਾਕੀਆਂ 'ਤੇ ਨਹੀਂ ਗਿਰਿਆ। ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਸਾਇੰਟੀਫਿਕ ਵੇ ਨਾਲ, ਵਿਗਿਆਨਕ ਤਰੀਕੇ ਨਾਲ ਜਦ ਇਹਨੂੰ ਨਹੀਂ ਦੇਖਾਂਗੇ। ਹੁਣ ਸਾਡੇ ਕੀ ਫਲਾਤਾ, ਸਾਡੇ ਤਾਂ ਹੁਣ ਛੱਡੋ ਤੁਸੀਂ ਪੁਰਾਣੀਆਂ ਗੱਲਾਂ, ਜੇ ਕੋਈ ਇਹ ਵੀ ਚੋਣਾਂ ਕਿਉਂ ਕਰਾਈਆਂ ਜੀ, ਕੁੰਭ ਕਿਉਂ ਗਏ, ਇਹਨੂੰ ਛੱਡ ਦਈਏ। ਹੁਣ ਗੁਜਰਾਤ ਦੇ ਵਿੱਚ ਗੋਹੇ ਨਾਲ ਇਸ਼ਨਾਨ ਕਰ ਰਹੇ ਨੇ, ਗਊ ਦੇ ਮੂਤ ਨਾਲ। ਅੱਛਾ, ਫਿਰ ਉੱਥੇ ਕਲਸ਼ ਯਾਤਰਾ ਕੱਢੀ ਜਾ ਰਹੀ ਹੈ। ਇਹ ਉਸ ਤੋਂ ਬਾਅਦ ਜਦ ਕਿ ਐਡੀ ਵੱਡੀ ਤੇਜ਼ ਲਹਿਰ ਫੈਲ ਰਹੀ ਸੀ, ਜਦ ਕੁੰਭ ਦੇ ਉੱਤੇ ਇੰਨਾ ਕ੍ਰਿਟਿਸਿਜ਼ਮ ਹੋ ਚੁੱਕਿਆ ਸੀ, ਜਦ ਚੋਣਾਂ ਦਾ ਇੰਨਾ ਕ੍ਰਿਟਿਸਿਜ਼ਮ ਹੋ ਚੁੱਕਿਆ ਸੀ, ਜਦ ਮਾਤਾ ਮਨਸਾ ਦੇਵੀ ਦੇ ਵਿੱਚ 180 ਬੰਦਿਆਂ ਨੂੰ 15 ਮਿੰਟ 'ਚ ਨਗਾਉਣ ਲੱਗੇ ਸੀ ਸ਼ਰਾਈਨ ਬੋਰਡ ਵਾਲੇ, ਜਿਹੜੇ ਸਰਕਾਰ ਦੀ ਇੱਥੇ ਪ੍ਰਬੰਧ ਹੈ ਸਾਰਾ। ਅਤੇ ਉਹਦੇ ਬਾਵਜੂਦ ਗੁਜਰਾਤ ਦੇ ਵਿੱਚੋਂ ਕਲਸ਼ ਯਾਤਰਾ ਕੱਢੀ ਗਈ ਹੈ, ਬਿਨਾਂ ਕਿਸੇ ਡਿਸਟੈਂਸ ਦੇ ਬਿਨਾਂ। ਸੋ ਉਹ ਤੋਂ ਲੋਕਾਂ ਨੂੰ ਇੱਕ ਇਹ ਵੀ ਲੱਗਣ ਲੱਗ ਗਿਆ ਵੀ ਇਹ ਸਾਰਾ ਦਿਖਾਵਾ ਲੱਗਦਾ ਹੈ। ਬਾਬਾ ਰਾਮਦੇਵ ਦੀ ਵੀ ਇੱਕ ਵੀਡੀਓ ਜੀ, ਇੱਕ ਛੋਟੀ ਜਿਹੀ ਕਲਿੱਪ ਬਾਹਰ ਆਈ ਹੈ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਜਿਹੜਾ ਟੀਕਾਕਰਨ ਹੈ ਉਹਦੇ 'ਤੇ ਵੀ ਸਵਾਲ ਉਹਨਾਂ ਨੇ ਚੁੱਕਿਆ, ਅਤੇ ਉਹਨਾਂ ਨੇ ਖਾਸ ਕਰਕੇ ਕਿਹਾ ਵੀ ਜਿਹੜੇ ਟੀਕੇ ਲਾਏ ਜਾ ਰਹੇ ਆ ਤਾਂ ਕਰੋਨਾ ਦਾ ਟੀਕਾ ਹੈ ਹੀ ਨਹੀਂ, ਤਾਂ ਅਬੋਲਾ ਦਾ ਲਾਈ ਜਾਂਦੇ ਆ। ਜਿੱਥੇ ਤੱਕ ਬਾਬਾ ਰਾਮਦੇਵ ਆ, ਉਹਨੂੰ ਬਾਬਾ ਕਹਿਣ ਦੀ ਬਜਾਏ ਮੈਂ ਤਾਂ ਕਹਾਂ ਵਪਾਰੀ ਰਾਮਦੇਵ ਕਹਿਣਾ ਜ਼ਿਆਦਾ ਚੰਗਾ ਹੈ। ਉਹਦਾ ਵਪਾਰ ਤਾਂ ਚੱਲ ਗਿਆ, ਔਰ ਵਪਾਰ ਕੋਈ ਜ਼ਰੂਰੀ ਨਹੀਂ ਵੀ ਪੜ੍ਹੇ ਲਿਖੀ ਕਰਦੇ ਨੇ, ਵਪਾਰ ਕੋਈ ਵੀ ਕਰ ਸਕਦਾ। ਆਪਾਂ ਕਹਿੰਦੇ ਨਾ ਪੜ੍ਹੇ ਲਿਖੇ ਬੜੇ ਸਿਆਣੇ ਹੁੰਦੇ ਨੇ, ਆਹ ਦੇਖ ਲਓ ਸਾਰੇ ਸਿਆਣਿਆਂ ਨੂੰ ਥੱਲੇ ਲਾ ਗਿਆ ਉਹ, ਔਰ ਬਥੇਰੇ ਪੜ੍ਹੇ ਲਿਖੇ ਉਹਦੇ ਚੇਲੇ ਬਣੇ ਫਿਰਦੇ ਨੇ। ਸੋ ਇਹਦੇ ਵਿੱਚ ਕੀ ਹੈ ਰਾਮਦੇਵ ਦਾ, ਉਹ ਤਾਂ ਕਹਿੰਦਾ ਆਕਸੀਜਨ ਦੀ ਲੋੜ ਨਹੀਂ, ਮੈਂ ਤੁਹਾਨੂੰ ਤਰੀਕਾ ਦੱਸਤਾ। ਉਹਨੇ ਕੋਰੋਨਰ ਵੇਚਦੀ ਆਪਦੀ ਇਹੀ ਗਲਤ ਕਰਕੇ। ਸੋ ਉਹ ਤਾਂ ਜੋ ਮਰਜ਼ੀ ਇੱਧਰ ਉੱਧਰ ਦੀਆਂ ਗੱਲਾਂ, ਉਹਨੂੰ ਵਿਚਾਰੇ ਨੂੰ 8ਵੀਂ ਪਾਸ ਹੈ, ਮਸਾਂ ਹੀ ਪਤਾ ਨਹੀਂ ਪੜ੍ਹਿਆ ਨਹੀਂ ਪੜ੍ਹਿਆ, ਉਹਨੂੰ ਕੀ ਪਤਾ ਵੀ ਸਾਇੰਸ ਹੁੰਦੀ ਕੀ ਹੈ। ਉਹ ਵਪਾਰ ਚੱਲਦਾ ਹੈ, ਉਹ ਇੱਧਰ ਉੱਧਰੋਂ ਕੋਈ ਜੜੀਆਂ ਬੂਟੀਆਂ ਬਥੇਰੇ ਹੁਣ ਉਹ ਪੈਸੇ ਇੰਨਾ, ਉਹ ਜਿੰਨੇ ਮਰਜ਼ੀ ਟ੍ਰੇਨਡ ਬੰਦਿਆਂ ਨੂੰ ਵੀ ਲੈ ਸਕਦਾ। ਸੋ ਉਹਨੂੰ ਕੋਈ ਪਤਾ ਨਹੀਂ ਹੈ, ਉਹਨੇ ਆਪਦੇ ਵਪਾਰ ਦੇ ਨਾਂ ਦੇ ਉੱਤੇ ਸਾਰਾ ਕੁਝ ਕਰਦਾ। ਯੋਗਾ ਕਰ ਲਓ ਜੀ, ਤੁਹਾਡਾ ਸਾਰਾ ਠੀਕ ਹੋ। ਯੋਗਾ ਤਾਂ ਉਹਦੇ ਪਿਛਲੇ 5-6 ਸਾਲ ਤੋਂ ਤਾਂ ਯੋਗਾ ਬਹੁਤ ਜ਼ਿਆਦਾ ਕਰ ਰਹੇ ਨੇ ਲੋਕ, ਇੱਥੇ ਪਾਰਕ ਭਰੇ ਪਏ ਹੁੰਦੇ ਨੇ। ਫਿਰ ਕਰੋਨਾ ਕਿਉਂ ਫੈਲਿਆ ਜ਼ਿਆਦਾ? ਸ਼ਹਿਰਾਂ ਦੇ ਲੋਕ ਜ਼ਿਆਦਾ ਯੋਗਾ ਕਰਦੇ ਨੇ, ਸ਼ਹਿਰਾਂ 'ਚ ਪਹਿਲਾਂ ਜ਼ਿਆਦਾ ਕਿਉਂ ਫੈਲਿਆ? ਸੋ ਇਹ ਐ ਨਹੀਂ ਹੈ ਜਿਹੜਾ ਉਹ ਕਹਿੰਦਾ ਵੀ ਆਕਸੀਜਨ ਨਹੀਂ ਜੀ, ਟੀਕਾ ਨਹੀਂ। ਇਹ ਕੀ ਹੈ, ਇੱਕ BJP ਦੀ ਜਿਹੜੀ ਰਾਜ ਕਰਦੀ ਪਾਰਟੀ ਹੈ, ਉਹਨੇ ਲੋਕਾਂ ਦੇ ਵਿੱਚ ਇੱਕ ਭੀੜ ਤੰਤਰ ਬਣਾਉਣਾ। ਲੋਕਾਂ ਨੂੰ ਭੀੜ ਤੰਤਰ ਬਣਾਉਣ ਦਾ ਤਰੀਕਾ ਇਹ ਹੁੰਦਾ ਵੀ ਤੁਸੀਂ ਗੈਰ ਵਿਗਿਆਨਕ ਗੱਲਾਂ ਦੇ ਪਿੱਛੇ ਲਾਓ। ਹੁਣ ਗੈਰ ਵਿਗਿਆਨਕ ਗੱਲ ਜੇ ਕੱਢੀ, ਉਹ ਕਹਿੰਦੇ ਵੀ ਡਰ ਕੇ ਅੰਦਰ ਬਹਿ ਜਾਓ। ਫਿਰ ਕਈ ਲੋਕ ਕਹਿਣਗੇ ਕਾਹਦੇ ਵਾਸਤੇ ਡਰ ਕੇ ਬੈਠਣਾ ਹੈ? ਉਹ ਕਹਿੰਦੇ ਅੱਛਾ ਇਹਦਾ ਵੀ ਜਵਾਬ ਹੈ। ਉਹ ਕਹਿੰਦੇ ਕਰੋਨਾ ਹੈ ਹੀ ਕੁਛ ਨਹੀਂ, ਡਰਨ ਦੀ ਲੋੜ ਹੀ ਨਹੀਂ, ਉਹ ਵੀ ਉਹਨਾਂ ਦੀ ਸਾਈਡ ਹੈ। ਸਰ, ਇੱਥੇ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ, ਜਿਹੜੇ ਦੇਖ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ, ਆਪਾਂ ਪਹਿਲੇ ਸ਼ਹਿਰਾਂ ਦੇ ਵਿੱਚ ਹੀ ਸੀਗਾ, ਹੌਲੀ ਹੌਲੀ ਹੁਣ ਪਿੰਡਾਂ 'ਚ ਵੀ ਚਲੇ ਗਿਆ। ਬਹੁਤ ਖਬਰਾਂ ਐਸੀਆਂ ਮਿਲ ਰਹੀਆਂ ਨੇ, ਔਰ ਕਈ ਜਗ੍ਹਾਵਾਂ 'ਤੇ ਤਾਂ ਇੱਦਾਂ ਕਿ ਲੋਕ ਇੰਨੇ ਡਰੇ ਸਹਿਮੇ ਹੋਏ ਹੈ, ਕਿਉਂਕਿ ਆਮ ਤੌਰ 'ਤੇ ਪਿੰਡਾਂ ਦੇ ਲੋਕ, ਆਪਾਂ ਉਹਨਾਂ ਨੂੰ ਚਲੋ ਕਹਿ ਸਕਦੇ ਹਾਂ ਵੀ ਸਿੱਧੇ ਸਾਦੇ ਜਿਹੇ ਲੋਕ ਹੁੰਦੇ ਹੈ, ਅਤੇ ਉਹ ਚਾਹੁੰਦੇ ਨਹੀਂ ਵੀ, ਮੰਨਦੇ ਨਹੀਂ ਇਸ ਗੱਲ ਨੂੰ ਕਿ ਟੈਸਟ ਕਰਵਾਇਆ ਜਾਏ। ਟੈਸਟਿੰਗ ਰੇਟ ਉੱਥੇ ਬਹੁਤ ਘੱਟ ਹੈਗਾ। ਅਤੇ UP ਦੇ ਜਿਹੜੇ ਇੱਕ ਸੀਨ ਸਾਹਮਣੇ ਆਇਆ, ਜਿੱਥੇ ਲਾਸ਼ਾਂ ਬਹੁਤ ਜ਼ਿਆਦਾ ਜਿਹੜੀਆਂ ਤੈਰਦੀਆਂ ਗੰਗਾ 'ਚੋਂ ਅਤੇ ਹੋਰ ਪਾਸੇ ਤੋਂ ਬਕਸਰ ਦੀ ਖਬਰਾਂ ਆਈਆਂ ਨੇ, ਉਸ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਉਹਦੀ ਮੇਨ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਲੋਕਾਂ ਨੇ ਟੈਸਟ ਨਹੀਂ ਕਰਵਾਏ, ਜਦ ਕਿ ਉਹਦੇ ਪਿੱਛੇ ਖੰਘ ਅਤੇ ਜ਼ੁਕਾਮ ਨਾਲ ਹੀ ਲੋਕਾਂ ਦੀ ਇਹ ਹੋਈ ਹੈ। ਕਿਉਂਕਿ ਅੱਜ ਦੇ ਮੌਸਮ ਦੇ ਵਿੱਚ, ਮੌਜੂਦਾ ਹਾਲਾਤਾਂ ਦੇ ਵਿੱਚ, ਜੇ ਖੰਘ ਜ਼ੁਕਾਮ ਅਤੇ ਸ਼ਾਇਦ ਜੇ ਠੰਡ ਲੱਗ ਕੇ ਬੁਖਾਰ ਹੁੰਦਾ ਹੈ, ਤਾਂ ਮੇਰੇ ਖਿਆਲ ਇੱਕ ਵਾਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਦੇ ਟੈਸਟ ਕਰਵਾ ਕੇ, ਅਤੇ ਸ਼ਾਇਦ ਕਰੋਨਾ ਦੇ ਹੀ ਸਾਈਨ ਹੋ ਸਕਦੇ ਆ। ਨਹੀਂ, ਇਹ ਬਹੁਤੇ ਕਰੋਨਾ ਦੇ ਹੁੰਦੇ ਨੇ। ਅਸਲ 'ਚ ਕੀ ਹੈ, ਜਿਹੜਾ ਅਸੀਂ ਗੱਲ ਕਹਿੰਦੇ ਨਾ ਵੀ ਉਹ ਟੈਸਟ ਨਹੀਂ ਕਰਾਉਂਦੇ, ਇਹ ਵੀ ਮੈਨੂੰ ਐਂ ਲੱਗਦਾ ਵੀ ਸਾਨੂੰ ਇਹ ਇੱਕ ਅਪਰੋਚ ਆ ਸਾਡੀ ਅਪਰੋਚ ਇਹ ਹੈ ਵੀ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨੇ, ਜਿਹੜੇ ਜਰਾ ਅਨਪੜ੍ਹ ਹੁੰਦੇ ਨੇ, ਉਹ ਗਰੀਬ ਹੁੰਦੇ ਨੇ, ਉਹ ਸ਼ਾਇਦ ਉਹਨਾਂ ਦੀ ਸੋਚ ਬੈਕਵਰਡ ਹੁੰਦੀ ਹੈ। ਗੱਲ ਇਹ ਨਹੀਂ ਹੈ। ਬਿਹਾਰ ਔਰ UP ਦੇ ਵਿੱਚ ਇਹ ਸਰਕਾਰ ਨੇ ਫੈਸਲਾ ਕਰਦਾ ਵੀ ਸਾਡੀ ਜੇ ਇਹ ਕਰੋਨਾ ਜ਼ਿਆਦਾ ਨਿਕਲਿਆ, ਸਾਡੀ ਤਾਂ ਬੇਇੱਜ਼ਤੀ ਹੋਊਗੀ। ਜੇ ਤੁਸੀਂ ਟੈਸਟ ਹੀ ਨਹੀਂ ਕਰੋਗੇ ਫਿਰ ਕਰੋਨਾ ਨਿਕਲੂ ਕਿੱਥੋਂ? ਇਹ ਨਹੀਂ ਹੈ ਕਿ ਉਹ ਦੋਸ਼ ਉਹਨਾਂ 'ਤੇ ਦੇ ਦਿਓ ਵੀ ਇਹ ਲੋਕ ਨਹੀਂ ਕਰਾਉਂਦੇ ਜੀ ਟੈਸਟ। ਇਹ ਅੱਛਾ ਆਪ ਹੀ ਉਹਨਾਂ 'ਚ ਹੁਣ ਮਾਲਵੇ 'ਚ ਆਪਣੇ ਟੈਸਟ ਘੱਟ ਕਰਾ ਰਹੇ ਨੇ ਪਿੰਡਾਂ ਦੇ ਲੋਕ। ਕਿਉਂਕਿ ਇਹਨਾਂ ਦੀਆਂ ਜਥੇਬੰਦੀਆਂ ਉੱਥੇ ਸਭ ਤੋਂ ਜ਼ਿਆਦਾ ਸਰਗਰਮ ਨੇ। ਉੱਥੇ ਕੋਈ ਸੰਤ ਭੇਜੇ ਹੋਏ ਨੇ ਇਹਨਾਂ ਨੇ ਵੀ ਅਸੀਂ ਧਾਗੇ 'ਚ ਵੀ ਨਾਲ ਠੀਕ ਕਰ ਦਾਂਗੇ। ਕੁਛ ਬਾਬਾ ਰਾਮਦੇਵ ਦੇ ਚੇਲੇ ਭੇਜੇ ਹੋਏ ਨੇ। ਕੁਛ ਇਹ ਕਹਿੰਦੇ ਵੀ ਜਮ੍ਹਾਂ ਪਰਵਾਹ ਨਾ ਕਰੋ, ਕਰੋਨਾ ਹੈ ਹੀ ਕੁਛ ਨਹੀਂ। ਸੋ ਜਦ ਤੁਸੀਂ ਲੋਕਾਂ ਨੂੰ ਗੁੰਮਰਾਹ, ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੇ ਲੋਕਾਂ 'ਚ ਮਾਨਤਾਨ ਹੈ, ਤੁਸੀਂ ਲੋਕਾਂ ਨੂੰ ਇਹ ਕਹਿੰਦੇ ਕਰੋਨਾ ਕੁਛ ਨਹੀਂ ਹੈ, ਫਿਰ ਤੁਸੀਂ ਉਸ ਤੋਂ ਬਾਅਦ ਸਾਲ ਬਾਅਦ ਤੁਸੀਂ ਉਹਦਾ ਇਲਾਜ ਕਰਨ ਲੱਗ ਜਾਂਦੇ ਵੀ ਆਓ ਮੈਂ ਇਲਾਜ ਕਰਦਾ, ਫਿਰ ਉਹਦੇ 'ਚ ਵੀ ਤੁਹਾਡੇ ਪੈਸੇ। ਪਹਿਲਾਂ ਲੋਕਾਂ ਨੂੰ ਉਹ ਗੁੰਮਰਾਹ ਕਰਕੇ ਆਪਦੇ ਚੇਲੇ ਬਣਾ ਲਓ, ਪਿੱਛੋਂ ਉਹਨਾਂ ਦੇ ਇਲਾਜ ਕਰਨ ਦੇ ਚੇਲੇ ਬਣਾ ਲਓ ਵੀ ਹਸਪਤਾਲ ਜਾਣ ਦੀ ਲੋੜ ਨਹੀਂ, ਮੇਰੇ ਕੋਲ ਆਓ ਮੈਂ ਕਰਦਾ ਇਲਾਜ। ਸੋ ਜਾਂ ਤਾਂ ਮੁਫਤ ਕਰਦੇ ਹੁਣ ਤਾਂ ਆਪਾਂ ਮੰਨ ਲਈਏ। ਸੋ ਇਹ ਵਪਾਰ ਹੈ। ਇਹ ਵਪਾਰ ਦੇ ਵਿੱਚ ਸਿਆਸਤ ਹੈ। ਉਹ ਸਿਆਸਤ ਮੈਂ ਫਿਰ ਦੁਬਾਰਾ ਕਹਿਣਾ, ਮੈਂ ਜ਼ਿੰਮੇਵਾਰੀ ਨਾਲ ਕਹਿਣਾ, ਇਹ
ਅੱਜ ਦੇਸ਼ ਨੂੰ ਭੀੜ ਤੰਤਰ ਬਣਾ ਕੇ ਵੀ ਲੋਕ ਵਿਗਿਆਨਕ ਸੋਚ 'ਤੇ ਨਾ ਲੱਗਣ, ਹੋਰ ਜੋ ਮਰਜ਼ੀ ਕਰੀ ਜਾਣ। ਹੁਣ ਤੁਸੀਂ ਮਸਲਨ ਕਹਿਣ ਨੂੰ ਬੁਰਾ ਲੱਗੇਗਾ, ਪਰ ਮੈਂ ਕਹਿਣਾ ਪੈ ਰਿਹਾ, ਮੈਨੂੰ ਸੱਚ ਹੈ ਇਹ। ਜਦ ਕਰੋਨਾ 'ਚ ਲੋਕਡਾਊਨ ਕਰਤਾ, ਉਸ ਵਕਤ ਰਾਮਾਇਣ ਅਤੇ ਮਹਾਭਾਰਤ ਸੀਰੀਅਲ ਚਲਾਏ ਗਏ। ਠੀਕ ਹੈ, ਚਲਾ ਲਓ, ਕੋਈ ਗੱਲ ਨਹੀਂ, ਪਰ ਨਾਲ ਤੁਸੀਂ ਇਹ ਵੀ ਚਲਾਉਣਾ ਨਾ ਵੀ ਮਾਸਕ ਕਿਵੇਂ ਪਹਿਨਣਾ ਹੈ, ਕਰੋਨਾ ਕਿਵੇਂ ਹੈ। ਆ ਕਰੋਨਾ ਦੇ ਬਾਰੇ ਤੁਸੀਂ ਇੱਕ ਲੈਕਚਰ ਕਰੀ ਜਾਓ ਅਤੇ ਕਿੰਨਾ ਫਰਕ ਪੈ ਜਾਏਗਾ ਉਹਦਾ। ਲੋਕਾਂ ਨੂੰ ਕੋਈ ਤਾਂ ਅਵੇਅਰਨੈਸ ਆਏਗੀ। ਹੁਣ ਤਾਂ ਪਿੰਡਾਂ 'ਚ ਵੀ ਹੈਗਾ, ਰੇਡੀਓ ਦੇ ਉੱਤੇ ਕਰੀ ਜਾਓ, ਉਹ ਨਹੀਂ ਕਰਿਆ। ਇਹਦਾ ਮਤਲਬ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਰੱਖਣਾ ਚਾਹੁੰਦੇ ਹੋ। ਅਤੇ ਲੋਕ ਇਹ ਮੰਨਣ ਵੀ ਜਿਹੜਾ ਇਹ ਇੰਨਾ ਜ਼ਿਆਦਾ ਫੈਲ ਰਿਹਾ ਹੈ, ਉਹ ਇਹ ਨਾ ਮੰਨਣ ਵੀ ਇਹ ਸਰਕਾਰ ਦੀ ਨਾਕਾਮਯਾਬੀ ਹੈ, ਇਹ ਹੁਕਮਰਾਨਾਂ ਦੀ ਨਾਕਾਮਯਾਬੀ ਹੈ, ਇਹ ਇਹਨਾਂ ਦੀ ਬੇਈਮਾਨੀ ਹੈ। ਉਹ ਇਹ ਮੰਨਣ ਵੀ ਇਹ ਤਾਂ ਸਾਡੀ ਕਿਸਮਤ ਹੀ ਇਹੀ ਜਿਹੀ ਸੀ, ਸਾਡੀ ਲਿਖੀ ਇੰਨੀ ਸੀ। ਹੁਣ ਜੇ ਮਾਫ਼ ਕਰਨਾ, ਜੇ ਜਰਨੈਲ ਸਿੰਘ, ਜੇ ਉਹ ਮਿਸਟਰ ਸੰਧੂ ਭਗਤ ਸਿੰਘ ਦਾ ਭਤੀਜਾ, ਅਤੇ ਜਾਂ ਜੇ ਆਪਣੇ ਆ ਹੁਣ ਇੱਕ ਹੋਰ ਮੇਰੇ ਦਿਮਾਗ 'ਚ ਸੀਗਾ ਵੀ ਜੇ ਇਹ ਇਹੋ ਜਿਹੇ ਬੰਦੇ, ਜੀਰਾ ਸਾਹਿਬ ਹੈਂ, ਇਹਨਾਂ ਦੀ ਜੇ ਡੈਥ ਹੁੰਦੀ ਹੈ, ਇਹਨਾਂ ਤਾਂ ਕੋਈ ਅਵੇਅਰਨੈਸ ਦੀ ਵੀ ਘੱਟ ਨਹੀਂ ਸੀ। ਠੀਕ ਹੈ, ਇਹਨਾਂ ਨੂੰ ਕੋਈ ਸਰੋਸ ਦੀ ਵੀ ਘੱਟ ਨਹੀਂ ਸੀ। ਅਤੇ ਇਹਦਾ ਮਤਲਬ ਇਹ ਹੈ ਵੀ ਅਸੀਂ ਕਿਉਂਕਿ ਜ਼ਹਿਰ ਹੈ ਜਾਂ ਫੈਲਾਤਾ ਜਿਹੜਾ ਪਤਾ ਨਹੀਂ ਕਿਹਨੂੰ ਡੰਗ ਲੇ। ਇਸ ਕਰਕੇ ਅੱਜ ਸਾਡੇ ਤੁਹਾਡੇ ਵਰਗਿਆਂ ਦੀ ਵੀ ਇਹ ਲੋੜ ਹੈ ਕਿ ਅਸੀਂ ਲੋਕਾਂ ਨੂੰ ਚੇਤਨ ਕਰੀਏ, ਕਿਉਂਕਿ ਉਹਨਾਂ ਦੀ ਤਵਾਰੀ ਜਦ ਆਮ ਲੋਕਾਂ ਦੀ ਜ਼ਿਆਦਾ ਮਿਡਲ ਕਲਾਸ ਦੀ ਪਹਿਲਾਂ। ਸੋ ਉਹਦੇ ਵਿੱਚ ਭੀੜ ਤੰਤਰ ਬਣਨ ਦੀ ਬਜਾਏ ਸਾਇੰਟੀਫਿਕ ਕਿਉਂਕਿ ਅਪਰੋਚ ਨਹੀਂ ਕਰੀ ਗਈ। ਇਹ ਸੈਕੰਡ ਵੇਵ ਵੀ ਤਾਂ ਜ਼ਿਆਦਾ ਮਾਰੂ ਹੋਈ ਹੈ। ਇਹ ਨਹੀਂ ਮੈਂ ਕਹਿੰਦਾ ਵੀ ਮਾਰੂ ਨਹੀਂ ਹੋਣੀ ਸੀ, ਇਹ ਜ਼ਿਆਦਾ ਮਾਰੂ ਕਿਵੇਂ ਹੋਈ ਹੈ? ਜ਼ਿਆਦਾ ਮਾਰੂ ਇਸ ਕਰਕੇ ਨਹੀਂ ਹੋਈ ਵੀ ਇਹ ਜਿਹੜੀ ਹੈ ਬੰਦੇ ਨੂੰ ਮਾਰ ਦਿੰਦੀ ਹੈ। ਇਹ ਮਾਰੂ ਜ਼ਿਆਦਾ ਇਸ ਕਰਕੇ ਹੋਈ ਹੈ ਵੀ ਜਿਹੜਾ ਪ੍ਰਬੰਧ ਅਸੀਂ ਕਰਨਾ ਸੀ, ਗਿਣਤੀ ਵੱਧ ਗਈ 1 ਲੱਖ ਮਰੀਜ਼ਾਂ ਦੀ ਜ਼ਿਆਦਾ, ਉਹਨਾਂ ਪ੍ਰਬੰਧ ਹੈ ਨਹੀਂ। ਸਾਡਾ ਪ੍ਰਬੰਧ ਚਰਮਰਾ ਗਿਆ। ਅਸਲ ਤਾਂ ਮਰੇ ਨੇ ਲੋਕ। ਕਿਵੇਂ? ਅਪ੍ਰੈਲ ਦੇ ਵਿੱਚ ਇਹਨਾਂ ਕੋਲ ਰਿਟਨ ਡਾਕੂਮੈਂਟ ਸੀਗਾ ਸਰਕਾਰ ਕੋਲ ਕਿ ਤੁਸੀਂ ਆਕਸੀਜਨ ਪਲਾਂਟ ਖਰੀਦਣੇ ਨੇ। ਆਕਸੀਜਨ ਪਲਾਂਟ ਸਾਰੀ 200 ਕਰੋੜ ਰੁਪਈਆ ਲੱਗਦਾ ਸੀ ਹਰ ਜ਼ਿਲ੍ਹੇ 'ਚ ਲਾਉਣ ਵਾਸਤੇ, 400 ਕਰੋੜ। ਅਤੇ ਤੁਸੀਂ ਸਾਰੇ ਜ਼ਿਲ੍ਹਿਆਂ 'ਚ ਆਕਸੀਜਨ ਪਲਾਂਟ ਲਾ ਦਿਓ, ਉੱਥੋਂ ਨਾਲ ਚੱਲੀ ਜਾਊਗੀ। ਹੁਣ ਜੇ ਸਾਡੇ ਇੱਥੇ ਹੁਣ ਤਾਂ ਚਲੋ 23 ਹੋ ਗਏ, 22 ਜ਼ਿਲ੍ਹੇ ਵੀ ਮੰਨ ਲਓ ਪੁਰਾਣੇ 22 ਜ਼ਿਲ੍ਹਿਆਂ, ਜੇ 22 ਪਲਾਂਟ ਲੱਗੇ ਹੁਣ ਫਿਰ ਆਕਸੀਜਨ ਦੇਣੀ ਕੀ ਔਖੀ ਹੈ? ਇੱਕ ਤਾਂ ਇਹ ਇਹਨਾਂ ਨੇ ਗੜਬੜ ਕਰੀ ਵੀ ਉਦੋਂ ਤਿਆਰੀ ਨਹੀਂ ਕਰੀ। ਪਤਾ ਹੈ ਸਾਨੂੰ, ਅਸੀਂ ਸਤੰਬਰ 'ਚ ਫਿਰ ਇਹਨਾਂ ਕੋਲ ਉਹ ਟੈਂਡਰੀ ਕਾਲ ਕਰਦੇ ਰਹੇ, ਭਾਰਤ ਸਰਕਾਰ ਮਨਜ਼ੂਰੀਆਂ। ਹੁਣ ਕੀ ਫਰਕ ਕਿੱਥੇ ਪਿਆ? ਸਾਡੇ ਕਿਉਂ ਨਹੀਂ? ਸਾਡੇ ਵਰਗੇ ਮੁਲਕ ਨੂੰ ਹੈਂਡਲ ਕਰਨ ਵਾਸਤੇ ਅਸੀਂ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦੇ। ਅਮਰੀਕਾ ਦੇ ਸਭ ਕੁਛ ਪ੍ਰਾਈਵੇਟ ਹੈ, ਉੱਥੇ ਲੋਕਾਂ ਕੋਲ ਪੈਸੇ ਨੇ ਉੱਥੇ, ਪਰ ਸਰਕਾਰ ਵੀ ਲੋਕਾਂ ਨੂੰ ਪੈਸੇ ਦਿੰਦੀ ਹੈ। ਉੱਥੇ ਤਾਂ ਹਰੇਕ ਬੰਦੇ ਦੇ ਘਰੇ $1200 ਭੇਜਤਾ ਉਹਨਾਂ ਨੇ। ਜਿਹੜਾ ਵੀ ਅਡਲਟ ਹੈ ਜਿਹਨੇ 10 ਲੱਖ ਤੋਂ ਘੱਟ ਦੀ ਜਿਹੜੀ ਡਾਲਰ ਦੀ ਰਿਟਰਨ ਹੈ, ਉਹਨੂੰ $1200 ਹਰੇਕ ਨੂੰ ਦੇਤਾ ਮਹੀਨੇ ਦਾ। ਹਰੇਕ ਦੁਕਾਨਦਾਰ ਨੂੰ ਦੇਤਾ ਵੀ ਜੇ ਤਾਂ 4 ਨੌਕਰ ਰੱਖੇ ਸੀ, ਜੇ ਉਹ ਹਟਾਏ ਨਹੀਂ ਹੈਗੇ, ਇਹਨਾਂ ਦੀ ਪਿਛਲੇ ਸਾਲ ਜਿੰਨੀ 4 ਮਹੀਨੇ ਦੀ ਤਨਖਾਹ ਦੇਤੀ। ਸਾਡੇ ਤਾਂ ਇਹੋ ਜਿਹਾ ਕੁਛ ਕਰਿਆ ਨਹੀਂ ਹੈ। ਸਾਡੇ ਤਾਂ 20 ਲੱਖ ਕਰੋੜ ਰੁਪਈਆ ਕਢਾ ਕੇ ਵੀ ਪਤਾ ਨਹੀਂ ਕਿੱਥੇ ਦਿੱਤਾ। ਸੋ ਇਸ ਕਰਕੇ ਸਾਡੇ ਮੁਲਕ ਦੇ ਵਿੱਚ ਤੌਰ ਤਰੀਕਾ ਹੋਰ ਹੈ। ਅਸੀਂ ਅਮਰੀਕਾ ਦਾ ਨਹੀਂ ਦੇਖਣਾ। ਸਾਡੇ ਮੁਲਕ ਦੀਆਂ ਆਪਣੀਆਂ ਤਾਕਤਾਂ ਨੇ, ਆਪਣੀਆਂ ਕਮਜ਼ੋਰੀਆਂ ਨੇ। ਜਿੱਥੇ ਸਾਡੇ ਮੁਲਕ ਦੀ ਜਨਤਾ ਬਹੁਤ ਜ਼ਿਆਦਾ ਹੈ, ਪਿੰਡ ਬਹੁਤ ਜ਼ਿਆਦਾ ਨੇ, ਦੂਰ ਦੂਰ ਰਿਮੋਟ ਏਰੀਏ 'ਚ ਨੇ, ਜਿੱਥੇ ਸਾਡੇ ਕੋਲ ਟੈਕਨੀਕਲ ਮੈਨ ਪਾਵਰ ਘੱਟ ਹੈ, ਉੱਥੇ ਸਾਡੇ ਕੋਲ ਫੀਲਡ ਦੀ ਸਟਾਫ ਬਹੁਤ ਜ਼ਿਆਦਾ ਹੈ। ਸਾਡਾ ਹਰ ਜਗ੍ਹਾ 'ਤੇ ਫਾਇਦਾ ਹੋਇਆ ਹੈ। ਸਾਡਾ ਸਰਕਾਰੀ ਤੰਤਰ ਪੂਰੀ ਦੁਨੀਆ 'ਚ, ਈਵਨ ਚੀਨ ਨਾਲੋਂ ਸਾਡਾ ਸਰਕਾਰੀ ਤੰਤਰ ਸਿਹਤ ਦਾ ਸਭ ਤੋਂ ਤਕੜਾ ਹੈ ਸਾਰੀ ਦੁਨੀਆ 'ਚ। ਪਰ ਅਸੀਂ ਲੋਕਾਂ 'ਚ ਕੀ ਮਚਾਤਾ ਵੀ ਤਾਂ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ। ਜਿਸ ਸਰਕਾਰ ਕੋਲ ਸਰਕਾਰੀ ਮੈਡੀਕਲ ਕਾਲਜ ਸਰਕਾਰੀ ਖੇਤਰ 'ਚ 250 ਤੋਂ ਵੱਧ ਹੋਣ, ਹਰੇਕ 'ਚ 500 ਤੋਂ ਲੈ ਕੇ 2500 ਤੱਕ ਬੈੱਡ ਹੋਵੇ। ਆ ਪੰਜਾਬ ਦੇ ਵਿੱਚ 3 ਸਰਕਾਰੀ ਨੇ, 1100 ਬੈੱਡ ਪਟਿਆਲਾ ਅੰਮ੍ਰਿਤਸਰ ਹੈ, 500 ਫਰੀਦਕੋਟ ਹੈ। ਜੇ ਇਹਨੂੰ ਵੀ ਲਾ ਲਈਏ ਆਪਾਂ 2700 ਬੈੱਡ ਹੋ ਗਿਆ। ਅਤੇ 2700 ਬੈੱਡ ਜੇ ਆਪਾਂ ICU 'ਚ ਕਨਵਰਟ ਵੀ ਕਰ ਦਿੰਦੇ ਹਾਂ, ਜਦ ਤੁਸੀਂ ਬਾਕੀ ਤਾਂ ਮਰੀਜ਼ ਦੇਖ ਹੀ ਨਹੀਂ ਰਹੇ, ਅਤੇ ਕੀ ਔਖਾ ਕੰਮ ਸੀ। ਇਦੋਂ ਤੋਂ ਵੱਧ ਮਰੀਜ਼ ਆਉਂਦੇ ਹੀ ਨਹੀਂ ICU ਵਾਲੇ। ICU ਵਾਲਾ 500-600 ਮਰੀਜ਼ ਆਉਂਦਾ, ਅਤੇ 500-600 ਮਰੀਜ਼ ਸਾਨੂੰ ਪਟਿਆਲਾ ਅੰਮ੍ਰਿਤਸਰ ਫਰੀਦਕੋਟ ਸਾਹਮਣਾ ਕੀ ਔਖਾ ਸੀ। ਫਿਰ ਉੱਥੇ ਐਨਸਥੀਸੀਸਟ ਵੀ ਹੈਗੇ ਨੇ। ਫਿਰ ਉੱਥੇ ਤੁਹਾਨੂੰ ਜੇ ਤੁਸੀਂ ਥਾਂ ਥਾਂ 'ਤੇ ਵੰਡਤਾ ਤਾਂ ਤੁਹਾਨੂੰ ਉੱਥੇ ਵੱਖਰਾ ਬੰਦਾ ਦੇਣਾ ਪਊਗਾ। ਪਰ ਜੇ ਇੱਕੋ ਜਗ੍ਹਾ 'ਤੇ ਜਿਵੇਂ ਤੁਸੀਂ ਇੱਕ ਕਮਰੇ ਸਟੂਡੀਓ ਬਣਿਆ ਹੋਵੇ, 4 ਕਮਰੇ ਨੇ, ਉੱਥੇ ਫਿਰ 4 ਬੰਦੇ ਫਟਾਫਟੀ ਉੱਥੇ ਜ਼ਿਆਦਾ ਤੁਸੀਂ ਇੰਟਰਵਿਊ ਕਰ ਸਕਦੇ ਹੋ, ਖਰਚੇ ਘੱਟ ਹੋਣਗੇ। ਸੋ ਮੈਡੀਕਲ ਕਾਲਜਾਂ ਦੇ ਵਿੱਚ ਜਦ ਤੁਹਾਡੇ ਕੋਲ 100-100 200 ਬੈੱਡ ਦੇ ਵਾਰਡ ਹੈਗੇ ਨੇ ਏਰੀਆ, ਉਹਨੂੰ ਆਈਸੋਲੇਟ ਕਰ ਦਿਓ, ਉੱਥੇ ICU ਚੱਲੀ ਜਾਊਗੀ। ਉੱਥੇ ਉਹ ਬੰਦੇ ਮੈਨ ਪਾਵਰ ਥੋੜ੍ਹੀ ਚਾਹੀਦੀ ਹੈ ਉਹਦੇ ਵਾਸਤੇ, ਕਿਉਂਕਿ ਉਹੀ ਮੈਨ ਪਾਵਰ ਕੰਮ ਦੇ ਜਾਂਦੀ ਹੈ। ਉਹ ਵੀ ਨਹੀਂ ਅਸੀਂ ਕਰਿਆ। ਫਿਰ ਇੱਕ ਹੋਰ ਹੈ ਜਿਹੜਾ ਮੈਨੂੰ ਅਫਸੋਸ ਹੈ, ਅਸੀਂ ਕੀ ਕਰਿਆ, ਅਸੀਂ ਇਹਦੇ ਵਿੱਚੋਂ 3 ਗੱਲਾਂ ਕਰੀਆਂ। ਇੱਕ ਅਸੀਂ ਇਹ 'ਚੋਂ ਵਪਾਰ ਕੱਢਿਆ, ਇੱਕ ਕਰਪਸ਼ਨ ਕੱਢੀ ਹੈ, ਇੱਕ ਆਪਦਿਆਂ ਨੂੰ ਕਹਿੰਦਾ ਅੰਨਾ ਬੰਨੇ ਸੀਰ ਨਹੀਂ ਮੁੜ ਕੇ ਆਪਣੇ ਹੁੰਦੇ। ਉਹ ਕਿਵੇਂ? ਵੈਂਟੀਲੇਟਰ ਖਰੀਦੇ ਗੁਜਰਾਤ 'ਚੋਂ, RT-PCR ਕਿੱਟ ਖਰੀਦੀ ਜਾ ਰਹੀ ਹੈ, ਉਹ ਗੁਜਰਾਤੀ ਬੰਦਾ ਖਰੀਦ ਕੇ ਦੇ ਰਿਹਾ। ਉਹ ਆਪ 200 ਦੀ ਖਰੀਦਦਾ, ਸਰਕਾਰ ਨੂੰ 600 ਦੀ ਵੇਚ ਰਿਹਾ। ਫਿਰ ਨਿਕਲਿਆ ਵੀ ਘਟੀਆ। ਫਿਰ ਉਹਦੇ 'ਚ ਕੋਈ ਐਕਸ਼ਨ ਨਹੀਂ।
ਵੈਂਟੀਲੇਟਰ ਘਟੀਆ ਨੇ। ਉਹਨਾਂ ਦੀ ਸੈਕਟਰੀ, ਪ੍ਰਿੰਸੀਪਲ ਸੈਕਟਰੀ ਹੈਲਥ ਜਯੰਤ ਰਵੀ ਹੈ, ਉਹਨੇ ਖੁਦ ਕਿਹਾ ਵੀ ਹਾਂ ਇਹਨਾਂ ਵੈਂਟੀਲੇਟਰਾਂ ਦੇ ਵਿੱਚ ਨਾ ਤਾਂ ਆਕਸੀਜਨ ਕਨਵਰਟਰ ਹੈ, ਨਾ ਇਹਦੇ 'ਚ ਫਲੋਮੀਟਰ ਹੈ, ਨਾ ਇਹਦੇ 'ਚ ਹਿਊਮਿਡੀਫਾਇਰ ਹੈ। ਪਰ ਅਸੀਂ ਇਹਨੂੰ ਅਪਗ੍ਰੇਡ ਕਰਨ ਵਾਸਤੇ ਕੰਪਨੀ ਨੂੰ ਕਹਿਤਾ। ਅਪਗ੍ਰੇਡ ਕਰਨ ਵਾਸਤੇ ਤਿੰਨ ਚੀਜ਼ਾਂ ਸਪੈਸੀਫਿਕ ਨਾਮ ਲਏ ਨੇ। ਪਿਛਲੇ ਸਾਲ 21 ਮਈ ਨੂੰ, ਜੇ 21 ਮਈ ਨੂੰ ਉਹ ਕਹਿ ਰਹੀ ਹੈ ਵੀ ਹਾਂ ਇਹਨਾਂ 'ਚ ਨੁਕਸ ਹੈਗਾ, ਅਤੇ ਜੇ ਹੈਗਾ ਤਾਂ ਹੀ ਅਪਗ੍ਰੇਡ ਕਰਨ ਨੂੰ ਕਹਿਣਗੇ ਨਾ। ਛੱਡੋ ਤੁਸੀਂ ਹੋਰ ਕੋਈ ਕੀ ਕਹਿੰਦਾ, ਕਾਂਗਰਸੀ ਕੀ ਕਹਿੰਦੇ ਨੇ, ਆਪ ਵਾਲੇ ਕੀ ਕਹਿੰਦੇ, ਇਹ ਛੱਡੋ। ਜਿਹੜੀ ਉਹਨਾਂ ਦੀ ਆਪਦੀ ਸਰਕਾਰੀ ਅਧਿਕਾਰੀ ਉਹ ਕਹਿੰਦੀ ਹੈ ਵੀ ਆਹ ਹੈ, ਅਸੀਂ ਇਹਨਾਂ ਨੂੰ ਕਹਿ ਰਹੇ ਹਾਂ। ਸੋ ਉਹ ਜਦ ਤੁਸੀਂ ਇਹੋ ਜਿਹਾ ਇੱਕ ਤਾਂ ਪਾਸੇ ਘਟੀਆ ਸਮਾਨ, ਦੂਜਾ ਕੀ ਕਰਤਾ, ਦੂਜਾ ਅਸੀਂ ਬਣਾਤਾ ਵੀ ਆਕਸੀਜਨ ਬੈੱਡ ਕਿੰਨੇ ਨੇ ਜੀ। ਹੁਣ ਆਕਸੀਜਨ ਬੈੱਡ ਦੀ ਡੈਫੀਨੇਸ਼ਨ, ਮੈਂ ਸੱਚੀ ਮੁੱਚੀ ਮੈਨੂੰ ਅਫਸੋਸ ਹੁੰਦਾ ਇਹ ਗੱਲ ਸੁਣ ਕੇ। ਆਕਸੀਜਨ ਬੈੱਡ ਦਾ ਮਤਲਬ ਹੈ ਵੀ ਤੁਹਾਡੇ ਕੋਲੇ ਪਾਈਪ ਦੇ ਰਾਹੀਂ ਆਕਸੀਜਨ ਆ ਰਹੀ ਹੈ। ਅੱਛਾ ਜੀ। ਉੱਥੇ ਫਲੋਮੀਟਰ ਲੱਗਿਆ ਬੈੱਡ ਦੇ ਉੱਤੇ, ਜਿਵੇਂ ਸਾਡੇ PGI 'ਚ ਨੇ। ਅੱਛਾ, ਰਜਿੰਦਰ ਹਸਪਤਾਲ ਪਹਿਲਾਂ ਨਹੀਂ ਹੁੰਦੇ ਸੀ, ਹੁਣ ਹੈਗੇ ਨੇ। ਸੋ ਉਹ ਆਕਸੀਜਨ ਬੈੱਡ ਜੇ ਉਹੀ ਜਿਹੇ ਲਾਉਣੇ, ਫਿਰ ਅਸੀਂ ਪ੍ਰਾਇਮਰੀ ਸੈਂਟਰ ਤਾਂ ਲਾ ਹੀ ਨਹੀਂ ਸਕਦੇ। ਆਕਸੀਜਨ ਬੈੱਡ ਦਾ ਮਤਲਬ ਇਹ ਨਹੀਂ ਵੀ ਆਕਸੀਜਨ ਉਹ ਫਲੋਮੀਟਰ ਰਾਹੀਂ, ਜਿਵੇਂ ਤੁਸੀਂ ਕਹੋ ਵੀ ਮੈਂ ਜੀ ਸੋਹਣੇ ਜਿਹੇ ਟੇਬਲ 'ਤੇ ਬਹਿ ਕੇ ਖਾਣਾ ਖਾਣਾ, ਜੋ ਤੈਨੂੰ ਤਪੜੀ ਵਿਛਾ ਕੇ ਵੀ ਖਿਲਾ ਤਾ ਖਾਣਾ, ਭੁੱਖੇ ਤਾਂ ਨਹੀਂ ਨਾ ਮਾਰ ਰਹੇ। ਅੱਛਾ, ਦੂਜੀ ਗੱਲ ਆਕਸੀਜਨ ਦੇਣੀ ਹੈ। ਆਕਸੀਜਨ ਦਾ ਸਿਲੰਡਰ ਰਾਹੀਂ ਅਸੀਂ ਤਾਂ ਮੈਡੀਕਲ ਕਾਲਜਾਂ 'ਚ ਆਕਸੀਜਨ ਸਿਲੰਡਰ ਰਾਹੀਂ ਦਿੰਦੇ ਰਹੇ ਹਾਂ। ਲੋਕ ਘਰਾਂ 'ਚ ਸਿਲੰਡਰ ਆਉਂਦੇ ਨੇ, ਇੰਨੇ ਸਿਲੰਡਰ ਲੋਕ ਹੁਣ ਵੀ ਹੁਣ ਕਿਹੜਾ ਅਸੀਂ ਸਭ ਨੂੰ ਆਕਸੀਜਨ ਬੈੱਡ ਦੇ ਤੇ। ਸਾਡੇ ਕੋਲੇ ਜੇ ਮੈਂ ਕਦੇ ਪੰਜਾਬ ਦੀ ਵੀ ਗੱਲ ਕਰਾਂ, 1186 ਡਿਸਪੈਂਸਰੀਆਂ ਪਿੰਡਾਂ 'ਚ ਨੇ। ਹਰੇਕ ਡਿਸਪੈਂਸਰੀ ਆਕਸੀਜਨ ਲਾਈ ਜਾ ਸਕਦੀ, ਕਿਉਂਕਿ ਡਾਕਟਰ ਹੈ ਪੋਸਟਡ ਉੱਥੇ, MBBS ਡਾਕਟਰ ਹੈ ਘੱਟੋ ਘੱਟ। ਕਈ ਕੌਨਸਨਟ੍ਰੇਟਰਸ ਜਿਹੜੇ ਨੇ, ਕੌਨਸਨਟ੍ਰੇਟ ਜਿਹੜਾ ਹੈਗਾ ਉਹ ਤਾਂ ਬਾਹਰੋਂ ਮੰਗਵਾਇਆ ਜਾ ਰਿਹਾ। ਕਿੰਨਾ ਪੈਸਾ, ਸਪੈਸ਼ਲ ਆਪਾਂ ਜਹਾਜ਼ ਦੇਖ ਰਹੇ ਹਾਂ ਉਤਰ ਰਹੇ ਨੇ, ਕਰੂਜ਼ ਆ ਰਹੇ ਨੇ ਆਪਣੇ ਕੌਨਸਨਟ੍ਰੇਟ ਲੈ ਕੇ, ਆਕਸੀਜਨ ਕੌਨਸਨਟ੍ਰੇਟ ਲੈ ਕੇ। ਕਿ ਵਾਕਈ ਇਹ ਵੀ ਇੱਕ ਮਤਲਬ ਕਿ ਜਿਹੜੀ ਇਸ ਟਾਈਮ ਅਫਰਾ ਤਫਰੀ ਮਚੀ ਹੋਈ ਹੈ, ਜਾਇਜ਼ ਹੈਗੀ ਹੈ ਤਾਂ ਠੀਕ ਹੈ? ਇਹ ਤਾਂ ਹੁਣ ਤਾਂ ਇਸ ਵੇਲੇ ਤਾਂ ਕਰਨਾ ਹੀ ਪੈਣਾ। ਜਦ ਅੱਗ ਲੱਗ ਗਈ ਉਦੋਂ ਤਾਂ ਫਿਰ ਤੁਹਾਨੂੰ ਕੋਈ ਨਾ ਕੋਈ ਪੁੱਠਾ ਪ੍ਰਬੰਧ ਕਰਨਾ ਪਏਗਾ। ਮੈਂ ਤਾਂ ਜਿਹੜੀ ਗੱਲ ਕਰ ਰਿਹਾ ਵੀ ਸਾਡਾ ਡਿਫੈਕਟ ਕਿੱਥੇ ਹੈ। ਅਸੀਂ ਲੋਕਾਂ ਨੂੰ ਆਕਸੀਜਨ ਦੀ ਘਾਟ ਕਰਕੇ ਮਾਰਤਾ। ਅਸੀਂ ਅੱਗ ਲੱਗੀ 'ਚ ਮਸ਼ਕਾਂ ਦਾ ਭਾਅ ਪੁੱਛਣ ਦੀ ਬਜਾਏ ਵੀ ਜਿਹੜਾ ਮਰਜ਼ੀ ਫਿਰ ਖਰੀਦ ਲਓ, ਹੁਣ ਫਟਾਫਟ ਖਰੀਦ ਲਓ। ਜਿੱਥੇ ਲੋਕਾਂ ਨੂੰ ਕਹਿੰਦੇ ਅਸੀਂ ਤਾਂ ਦੁਨੀਆ ਨੂੰ ਦੇ ਰਹੇ ਹਾਂ, ਅੱਜ ਦੁਨੀਆ ਅੱਗੇ ਅਸੀਂ ਝੋਲੀ ਅੱਡੀ ਖੜ੍ਹ ਗਏ। ਮੈਂ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਾਂ, ਬੰਦੇ ਵੀ ਸਾਡੇ ਜ਼ਿਆਦਾ ਮਰ ਗਏ, ਖਰਚੇ ਵੀ ਸਾਡੇ ਜ਼ਿਆਦਾ ਹੋ ਰਹੇ ਨੇ, ਬਦਨਾਮੀ ਵੀ ਸਾਡਾ ਜ਼ਿਆਦਾ ਹੋ ਰਹੀ ਹੈ ਦੁਨੀਆ ਦੇ ਵਿੱਚ। ਮੈਂ ਕਹਿੰਦਾ ਮੋਦੀ ਦੀ ਬਦਨਾਮੀ ਹੋਵੇ, ਮੋਦੀ ਜੀ ਦੀ ਬਦਨਾਮੀ ਤਾਂ ਸਾਡੇ ਮੁਲਕ ਦੀ ਤਾਂ ਬਦਨਾਮੀ ਹੈਗੀ ਹੈ ਨਾ, ਆਪਾਂ ਵੀ ਤਾਂ ਮੁਲਕ ਦੇ ਹਾਂ ਨਾ। ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਨੇ ਦੇਸ਼ ਦੇ। ਜੇ ਮੋਦੀ ਜੀ ਦੀ ਬਦਨਾਮੀ ਹੁੰਦੀ ਹੈ ਜਾਂ ਅਮਿਤ ਸ਼ਾਹ ਜੀ ਦੀ ਹੁੰਦੀ ਹੈ ਤਾਂ ਦੇਸ਼ ਦੀ ਬਦਨਾਮੀ ਵੀ ਹੈ। ਇਹਨੂੰ ਸਾਨੂੰ ਸੋਚ ਕੇ ਚੱਲਣਾ ਪਏਗਾ। ਅਤੇ ਉਹ ਜੇ ਸਾਡੇ ਦੇਸ਼ ਦੀ ਇੰਨੀ ਬਦਨਾਮੀ ਹੋ ਰਹੀ ਹੈ ਵੀ ਇਹ ਤਾਂ ਬੇਵਕੂਫ ਨੇ, ਇਹਨਾਂ ਦਾ ਪਤਾ ਹੀ ਨਹੀਂ। ਇਹਨਾਂ ਨੂੰ ਹੁਣ ਲੁੱਟ ਲਓ, ਅੱਗ ਲੱਗੀ 'ਚ ਮਸ਼ਕਾਂ ਦੇ ਭਾਅ ਦੀ ਗੱਲ, ਇਹਨਾਂ ਨੂੰ ਦਵਾ ਦੇ ਲਓ ਵੀ ਹੁਣ ਤੁਹਾਨੂੰ ਆਹ ਚੀਜ਼ ਦੀ ਲੋੜ ਹੈ, ਇਹ ਤੁਹਾਨੂੰ ਤਾਂ ਦੇਵਾਂਗੇ, ਸਾਡੇ ਇੰਨੇ ਹਥਿਆਰ ਖਰੀਦੋਗੇ। ਪਤਾ ਨਹੀਂ ਕਿੰਨੇ ਸਮਝੌਤੇ ਅੰਦਰ ਇੱਦਾਂ ਹੋਏ ਹੋਣ। ਸੋ ਸਾਡੇ ਕੋਲ ਕੀ ਸੀ, ਮੈਂ ਜਿਹੜੀ ਗੱਲ ਇਹ ਦੱਸ ਰਿਹਾ ਵੀ ਡਿਸਪੈਂਸਰੀਆਂ ਉੱਥੇ ਆਕਸੀਜਨ ਲੱਗ ਸਕਦੀ ਹੈ। ਛੱਡੋ ਤੁਸੀਂ ਡਿਸਪੈਂਸਰੀ ਨਹੀਂ ਲਾਉਣੀ। 526 ਪ੍ਰਾਇਮਰੀ 516 ਪ੍ਰਾਇਮਰੀ ਹੈਲਥ ਸੈਂਟਰ ਨੇ, ਉੱਥੇ ਵੀ ਡਾਕਟਰ ਔਰ ਨਰਸਾਂ ਵੀ ਪੋਸਟ ਨੇ ਉੱਥੇ। ਕਿਤੇ ਸਾਰੇ ਨਹੀਂ ਹੈਗੇ, ਕਿਤੇ ਨਰਸਾਂ ਨੇ, ਕਿਤੇ ਡਾਕਟਰ ਨੇ, ਕਿਤੇ ਡਾਕਟਰ ਨਰਸਾਂ ਦੋਨੇ 'ਚ ਹੈਗੀਆਂ ਨੇ। 426 ਉਹਨਾਂ 'ਚ ਰੂਰਲ ਏਰੀਏ 'ਚ ਨੇ। 13,000 ਪਿੰਡ ਆ ਸਾਡੇ ਕੋਲ ਸਾਰੇ, 30 ਪਿੰਡਾਂ ਨੂੰ ਇੱਕ ਆਇਆ। ਕੀ ਔਖਾ ਸੀ? ਫਿਰ ਇਸ ਤੋਂ ਅੱਗੇ ਸਾਡੇ ਕੋਲ ਕਮਿਊਨਿਟੀ ਹੈਲਥ ਸੈਂਟਰ ਨੇ, ਉਹਦੇ ਵਿੱਚ 4-4 ਸਪੈਸ਼ਲਿਸਟਾਂ ਦੀਆਂ ਪੋਸਟਾਂ ਨੇ, 30 ਬੈੱਡ ਨੇ, ਆਪਰੇਸ਼ਨ ਥੀਏਟਰ ਬਣਿਆ ਹੋਇਆ ਅਤੇ ਉੱਥੇ ਆਪਰੇਸ਼ਨ ਹੁੰਦੇ ਨੇ। ਉੱਥੇ ਆਕਸੀਜਨ ਲਾਉਣੀ ਕੀ ਔਖੀ ਸੀ? ਕਿਉਂਕਿ ਅਸੀਂ ਡੈਫੀਨੇਸ਼ਨ ਉਲਟੀ ਬਣਾਤੀ ਜਾਣ ਕੇ, ਕਿਉਂਕਿ ਕਾਰਪੋਰੇਟ ਨੂੰ ਅਸੀਂ ਦੇਣਾ ਸਾਰਾ ਕੁਛ। ਜਿਹੜਾ ਉਹ ਆਕਸੀਜਨ ਬੈੱਡ ਆ ਉਹ ਕਾਰਪੋਰੇਟ ਸੈੱਟ ਕਰ ਸਕਦਾ। ਜਿਹੜਾ ਸਧਾਰਨ ਬੈੱਡ ਆ, ਮੇਰੇ ਵਰਗਾ ਲਾ ਕੇ ਉੱਥੇ ਮੰਜਾ ਕਹਿੰਦਾ ਯਾਰ ਫੋਲਡਿੰਗ ਬੈੱਡ ਲਾ ਲੈ, ਲਿਆ ਸਿਲੰਡਰ 'ਚ ਕੰਧ ਦੇ ਨਾਲ ਲਾ ਤਾਂ ਖੂੰਜੇ 'ਚ। ਤੁਸੀਂ ਦੱਸੋ ਕਿਹੜੀ ਥਾਂ ਹੈ ਜਿੱਥੇ ਖੂੰਜੇ 'ਚ ਨਹੀਂ ਉਹਦੇ ਨਾਲ ਬੰਦੋ, ਦਰਖਤ ਨਾਲ ਬੰਦੋ। ਚਾਹੇ ਕੋਈ ਬੰਦਾ ਇਹ ਸੋਚੂਗਾ ਵੀ ਇਹ ਡਾਕਟਰ ਹੈ ਕਿ ਕੀ ਕਹਿੰਦਾ। ਪਰ ਜਿਹੋ ਜਿਹੀ ਸਿਚੁਏਸ਼ਨ ਹੈ, ਤੁਸੀਂ ਦੇਖਿਆ ਅਸੀਂ ਗਲੂਕੋਜ਼ ਦੀ ਬੋਤਲ ਟੰਗਣੀ ਹੈ, ਹੁਣ ਸਟੈਂਡ ਚਾਹੀਦਾ, ਠੀਕ ਹੈ। ਪਰ ਤੁਸੀਂ ਜੇ ਪਿੰਡ ਦੇ ਵਿੱਚ ਬੈਠੇ ਹੋ, ਕੁਛ ਨਹੀਂ ਹੈ, ਤੁਸੀਂ ਉੱਥੇ ਪੇੜ ਨਾ ਬੰਨ ਦਿਓ। ਅਸੀਂ ਰਜਿੰਦਰ ਹਸਪਤਾਲ 'ਚ ਕੁੰਡੀਆਂ ਨਾਲ ਬੰਨੀਆਂ ਹੋਈਆਂ ਦੇਖੀਆਂ, ਰੁਮਾਲ ਪਾ ਕੇ। ਆਫਟਰ ਪਰਪਸ ਤਾਂ ਇਹੀ ਹੈ ਨਾ ਵੀ ਉੱਤੋਂ ਟੰਗੀ ਰਹੇ, ਬੋਤਲ ਟੰਗੀ ਰਹੇ। ਸੋ ਤੁਸੀਂ ਬੰਦੇ ਨੂੰ ਜਿਹੋ ਜਿਹਾ ਉਹਦੇ ਕੋਲ ਹੈ ਉਹਦੇ ਵਿੱਚ ਕੀ ਕਰਨਾ ਹੈ। ਮੈਂ ਇਹ ਨਹੀਂ ਕਹਿੰਦਾ ਵੀ PGI 'ਚ ਵੀ ਤੁਸੀਂ ਜਿਹੜਾ ਹੈਗਾ ਫੋਲਡਿੰਗ ਬੈੱਡ ਲਿਆ ਕੇ ਪਾਉਣਾ ਮਰੀਜ਼ ਨੂੰ, ਵੀ ਉੱਥੇ ਕਿਉਂ ਆਕਸੀਜਨ ਬੈੱਡ ਲਾਉਣੇ। ਉੱਥੇ ਆਕਸੀਜਨ ਬੈੱਡ ਹੀ ਚਾਹੀਦਾ, ਰਜਿੰਦਰ ਹਸਪਤਾਲ 'ਚ ਆਕਸੀਜਨ ਬੈੱਡ ਹੀ ਚਾਹੀਦਾ। ਪਰ ਜੇ ਤੁਸੀਂ ਆਖੋ ਵੀ ਅਸੀਂ ਬਟਾਲੇ 'ਚ ਵੀ ਆਕਸੀਜਨ ਬੈੱਡ ਤੋਂ ਬਿਨਾਂ ਨਹੀਂ ਮਰੀਜ਼ ਦਾਖਲ ਕਰਨਾ, ਹਾਂਜੀ, ਅਸੀਂ ਨਰੋਟ ਜੈਮਲ ਸਿੰਘ 'ਚ ਵੀ ਨਹੀਂ ਕਰਨਾ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਐਮਰਜੈਂਸੀ ਹਾਲਾਤਾਂ ਦੇ ਵਿੱਚ ਹਾਲਾਤ ਦੇ ਮੁਤਾਬਿਕ ਜਿਹੜਾ ਹੈ ਉਹਦੇ ਇੰਤਜ਼ਾਮਾਤ ਕਰਕੇ ਮਰੀਜ਼ ਨੂੰ ਰਿਲੀਫ ਦੇਣਾ ਚਾਹੀਦਾ। ਨਹੀਂ, ਅਸੀਂ ਦੇ ਸਕਦੇ ਸੀ, ਮੈਂ ਇਹ ਨਹੀਂ ਕਹਿੰਦਾ ਦੇਣਾ ਚਾਹੀਦਾ ਹੈ, ਮੈਂ ਕਹਿੰਦਾ ਅਸੀਂ ਦੇ ਸਕਦੇ ਸੀ, ਅਸੀਂ ਦਿੱਤਾ ਨਹੀਂ। ਵੀ ਆਰ ਕ੍ਰਿਮੀਨਲਸ। ਅਸੀਂ ਜਿਹੜੀ ਕਿਉਂਕਿ ਅਸੀਂ ਉਹ ਗੱਲ ਉਲਟੀ ਕਰਤੀ। ਜਿਵੇਂ ਅਸੀਂ ਕਹੀਏ ਵੀ ਕੰਬੋ ਪੈਕ ਦੇ ਤੁਸੀਂ ਖਿੱਲਾਂ ਮੱਕੀ ਦੀਆਂ ਖਾ ਸਕਦੇ ਹੋ, ਪਿੰਡ ਦੀਆਂ ਭੁੰਨੀਆਂ ਹੋਈਆਂ ਨਹੀਂ ਖਾ ਸਕਦੇ। ਤੁਹਾਨੂੰ ਨੂਡਲ ਲੈ ਕੇ ਖਾਣੇ ਪੈਣਗੇ, ਤੁਸੀਂ ਘਰ ਦੀਆਂ ਸੇਵੀਆਂ ਨਹੀਂ ਖਾ ਸਕਦੇ। ਗੱਲ ਆਹ ਹੈ।
ਜਿਹੜੀ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਨਹੀਂ ਹੈ ਕੋਈ ਮਾੜੀ ਚੀਜ਼ ਹੈ। ਆਕਸੀਜਨ ਅਸੀਂ ਲਾਉਂਦੇ ਆਏ ਹਾਂ। ਜੇ ਅਸੀਂ ਆਪ, ਮੈਂ ਇੰਡਸਟਰੀ ਡਿਪਾਰਟਮੈਂਟ 'ਚ ਰਿਹਾ, ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੇ ਕਿਸੇ ਨੇ ਵੈਂਟੀਲੇਟਰ ਚਲਾਇਆ ਉਹ ਮੈਂ ਚਲਾਇਆ। ਉਸ ਵਕਤ ਵੈਂਟੀਲੇਟਰ ਹੁੰਦੀ ਨਹੀਂ ਸੀ ਪੰਜਾਬ 'ਚ, PGI 'ਚ ਹੁੰਦੇ ਸੀ ਬਰਡਸ ਵੈਂਟੀਲੇਟਰ। ਸਾਨੂੰ ਉੱਥੇ ਇੱਕ ਆ ਜਿਹੜੇ ਹੈਗੇ ਨਾ ਸਕਾਟ ਵਾਲੇ, ਇਹਨਾਂ ਦਾ ਮਰੀਜ਼ ਹੋ ਗਿਆ, ਉਹ ਸਾਰਾ ਪੈਰਾਲਾਈਜ਼ ਹੋ ਗਿਆ, ਉਹਨੂੰ ਵਾਇਰਲ ਡਿਜ਼ੀਜ਼ ਸੀ, ਆਹੀ ਜਿਵੇਂ ਵਾਇਰਸ ਹੈ ਉਹ ਹੋਰ ਵਾਇਰਸ ਸੀ, ਅਤੇ ਅਸੀਂ ਆਖਿਆ ਵੀ ਇਹ ਤਾਂ ਸਾਹ ਦੇਣਾ ਪਊਗਾ। ਉਹ ਉਦੋਂ 70,000 ਦਾ ਆਉਂਦਾ ਸੀ। ਉਹਨਾਂ ਨੇ ਸਾਨੂੰ ਇੱਕ ਵੈਂਟੀਲੇਟਰ ਲੈ ਕੇ ਦਿੱਤਾ। ਅਸੀਂ ਉਹ ਪੜ੍ਹਿਆ ਸਾਰਾ, ਸਾਨੂੰ ਕਿਹੜਾ ਆਪ ਨੂੰ ਆਉਂਦਾ ਸੀ, ਅਸੀਂ ਉਹ ਪੜ੍ਹਿਆ ਚੰਗੀ ਤਰ੍ਹਾਂ, ਡਿਟੇਲ ਦੇਖੀ ਵੀ ਇਹ ਕਿਹੋ ਜਿਹਾ ਹੈ, ਕਿਉਂਕਿ ਹਰ ਮਸ਼ੀਨ ਦੇ ਆਪਦਾ ਤਰੀਕਾ ਹੁੰਦਾ। ਜੇ ਵਾਸ਼ਿੰਗ ਮਸ਼ੀਨ ਵੀ ਲੈਂਦੇ ਹੋ ਤਾਂ ਵੀ ਉਹਦਾ ਨਾਲ ਤੁਸੀਂ ਪ੍ਰੋਟੋਕੋਲ ਦੇਖਦੇ ਹੋ, ਹਰ ਇੱਕ ਦਾ ਆਪਦਾ ਮੀਨੂ ਹੈ। ਉਹ ਅਸੀਂ ਮੀਨੂ ਸਟੱਡੀ ਕਰਿਆ 2-4 ਘੰਟੇ ਲਾ ਕੇ, ਦਿਨ ਲਾ ਕੇ, ਫਿਰ ਅਸੀਂ ਲਾਇਆ। ਉਹ ਮਰੀਜ਼ ਬਚਿਆ, ਉਹ ਸਾਨੂੰ ਉਹ ਵੀ ਛੱਡ ਕੇ ਇੱਕ ਹੋਰ ਨਵਾਂ ਲੈ ਕੇ ਦੇ ਗਏ, ਕਿਉਂਕਿ ਅਗਲੇ ਦਾ ਮਰੀਜ਼ ਬਚ ਗਿਆ। ਪਰ ਸਵਾਲ ਇਹ ਹੈ ਵੀ ਜੇ ਤੁਸੀਂ ਵੈਂਟੀਲੇਟਰ ਚਲਾਉਣੇ ਨੇ, ਜਿੱਥੇ ਵੈਂਟੀਲੇਟਰ ਲਾਈ ਤਾਂ ਉੱਥੇ ਲਾਓ। ਆਕਸੀਜਨ ਤਾਂ ਅਸੀਂ ਹਰ ਜਗ੍ਹਾ 'ਤੇ ਲਾ ਸਕਦੇ ਹਾਂ। ਜੇ ਅਸੀਂ ਆਕਸੀਜਨ ਹਰ ਜਗ੍ਹਾ 'ਤੇ ਲਾ ਸਕਦੇ ਹਾਂ ਤਾਂ ਅਸੀਂ ਲਾਈ ਕਿਉਂ ਨਹੀਂ? ਮੇਰਾ ਐਗਜ਼ਾਮਪਲ ਵੀ ਨੇ ਸਰ, ਦੇਖਿਆ ਜਾਏ ਤਾਂ ਦਿੱਲੀ ਦੇ ਕਈ ਗੁਰਦੁਆਰਿਆਂ ਦੇ ਬਾਅਦ, ਰਕਾਬਗੰਜ ਹੋਰ ਕਈ ਗੁਰਦੁਆਰਿਆਂ ਦੇ ਬਾਅਦ ਕਈਆਂ ਨੇ ਲੰਗਰ ਲਾਏ ਆਕਸੀਜਨ ਦੇ, ਅਤੇ ਉਹਨਾਂ ਨੇ ਬਾਹਰ ਹੀ ਵਿਹੜੇ ਵਿੱਚ ਹੀ ਜਿਹੜਾ ਇੰਤਜ਼ਾਮ ਕਰਕੇ ਉਹਨਾਂ ਨੇ ਉੱਥੇ ਹੀ ਆਕਸੀਜਨ ਬੈੱਡ ਵਾਲੀ, ਤੁਹਾਡੀ ਗੱਲ ਮੈਂ ਜਿਵੇਂ ਰੱਖਦੀ ਹਾਂ, ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ, ਉਹਨਾਂ ਨੇ ਪਾਈਪ ਪਾ ਕੇ ਉੱਥੇ ਹੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਕੁਰਸੀਆਂ 'ਤੇ ਬਿਠਾ ਕੇ ਕਿਸੇ ਵੀ ਤਰੀਕੇ ਦੇ ਨਾਲ ਕਾਰਾਂ ਵਿੱਚ ਵੀ ਰਿਲੀਫ ਦਿਵਾਉਣ ਦੀ ਕੋਸ਼ਿਸ਼ ਕੀਤੀ। ਇਹ ਜਿਸ ਵਕਤ ਸੀ ਨਾ, ਜੇ ਅਸੀਂ ਕਾਰ ਦੇ ਵਿੱਚ ਲਾ ਸਕਦੇ ਹਾਂ, ਜੇ ਅਸੀਂ ਸੜਕ ਦੇ ਉੱਤੇ ਬੈਠੇ ਬੰਦੇ ਦੇ ਲਾ ਸਕਦੇ ਹਾਂ, ਕੁਰਸੀ 'ਤੇ ਬੈਠੇ ਲਾ ਸਕਦੇ ਹਾਂ, ਫਿਰ ਤਾਂ ਅਸੀਂ ਹਸਪਤਾਲ ਜਿਹੜੇ 30 ਬੈੱਡ ਨੇ ਹਰ ਇੱਕ ਕਮਿਊਨਿਟੀ ਹੈਲਥ ਸੈਂਟਰ 'ਚ, ਉੱਥੇ ਤਾਂ ਮਰੀਜ਼ ਪਾ ਕੇ ਲਾ ਹੀ ਸਕਦੇ ਹਾਂ। ਔਰ ਉੱਥੇ ਆਪਰੇਸ਼ਨ ਹੁੰਦੇ ਨੇ। ਆਪਰੇਸ਼ਨ ਤਾਂ ਬਿਨਾਂ ਆਕਸੀਜਨ ਦੇ ਹੋ ਹੀ ਨਹੀਂ ਸਕਦੇ। ਜਿੱਥੇ ਆਕਸੀਜਨ ਦਾ ਪ੍ਰਬੰਧ ਨਹੀਂ, ਉੱਥੇ ਆਪਰੇਸ਼ਨ ਨਹੀਂ ਹੋ ਸਕਦੇ। ਸੋ ਇਹਦਾ ਮਤਲਬ ਆਕਸੀਜਨ ਲਾਉਣ ਦਾ ਤਾਂ ਪ੍ਰਬੰਧ ਹੈਗਾ ਹੀ ਹੈ, ਅਸੀਂ ਉਹ ਕਿਉਂ ਨਹੀਂ ਯੂਜ਼ ਕਰਦੇ? ਅੱਜ ਤੁਸੀਂ ਪੰਜਾਬ ਸਰਕਾਰ ਨੂੰ ਪੁੱਛੋ ਤੁਹਾਡੇ ਕੋਲ ਆਕਸੀਜਨ ਬੈੱਡ ਕਿੰਨੇ ਨੇ, ਉਹ ਆਕਸੀਜਨ ਬੈੱਡ ਉਹਨਾਂ ਨੂੰ ਗਿਣੇਗੀ ਜਿਹੜੇ ਡਿਸਟ੍ਰਿਕਟ ਲੈਵਲ 'ਤੇ ਨੇ, ਹੋਰ ਥੱਲੇ ਨੂੰ ਗਿਣਦੀ ਨਹੀਂ। ਕਿਉਂਕਿ ਅਸੀਂ ਆਪਦੇ ਸਿਸਟਮ ਨੂੰ ਨਾ ਵਰਤਿਆ ਅਤੇ ਨਾ ਉਹਨੂੰ ਸਟਰੈਂਥਨ ਕਰਿਆ, ਜਰਜਰਾ ਕਰਤਾ। ਸਵਾਲ ਕੀ ਹੁੰਦਾ ਹੈ, ਜਦ ਤੁਹਾਡੇ ਕੋਲ ਇੱਕ ਭੀੜ ਆ ਪਈ, ਅਚਾਨਕ ਆ ਪਈ, ਤੁਹਾਨੂੰ ਨਹੀਂ ਪਤਾ ਵੀ ਇੰਨੇ ਜ਼ਿਆਦਾ ਬਿਮਾਰ ਹੋ ਜਾਣਗੇ, ਤੁਹਾਨੂੰ ਨਹੀਂ ਪਤਾ ਵੀ ਸਾਨੂੰ ਕਿੱਡੀ ਵੱਡੀ ਸਮੱਸਿਆ ਹੋ ਜੂਗੀ, ਪਰ ਉਹਦੇ ਵਿੱਚ ਤੁਸੀਂ ਆਪਦੇ ਦਿਮਾਗ ਨੂੰ ਕਾਇਮ ਰੱਖਣਾ ਹੁੰਦਾ, ਸੰਸਾਇਟੀ ਰੱਖਣੀ ਹੁੰਦੀ ਹੈ। ਮੈਂ ਕਹਿਣ ਨੂੰ ਤਿਆਰ ਹਾਂ ਵੀ ਇਹਨਾਂ ਨੇ ਸਿਆਸਤ ਕਰੀ, ਇਹਨਾਂ ਨੇ ਸੰਸਾਇਟੀ ਰੱਖੀ ਨਹੀਂ, ਇਹ 'ਚੋਂ ਵੀ ਇਹ ਪੈਸਾ ਕਮਾ। ਹੁਣ ਤੁਸੀਂ ਦੇਖੋ, ਲੋਕਾਂ ਦੇ ਵਹਿਮ ਦੂਰ ਕਰਨੇ ਨਾ, ਇਹ ਆਪਦੇ ਭਾਸ਼ਣ ਰਾਹੀਂ ਤਾਂ ਜੋ ਮਰਜ਼ੀ ਉੱਤੋਂ ਤਾਂ ਕਹੀ ਜਾਣ। ਮੈਨੂੰ ਇਹ ਦੱਸਣ ਵੀ ਇਹਨਾਂ ਨੇ ਕਦ ਪ੍ਰੈਸ ਕਾਨਫਰੰਸਾਂ ਕਰੀਆਂ ਨੇ? ਵਰਚੁਅਲ ਪ੍ਰੈਸ ਕਾਨਫਰੰਸਾਂ ਹੀ ਕਰ ਲੈਂਦੇ, ਚਾਹੇ ਪ੍ਰੈਸ ਕਾਨਫਰੰਸਾਂ ਕਰਕੇ ਸੈਕਟਰੀ, DRME, ਡਾਇਰੈਕਟਰ ਹੈਲਥ, ਸਿਵਲ ਸਰਜਨ, ਉਹਨਾਂ ਦੀ ਡਿਊਟੀ ਲਾਉਂਦੇ। ਇਹਨਾਂ ਤਾਂ ਸਭ ਕੁਛ ਆਪਦੇ ਕੋਲ ਸੁਣਦੀ, ਜਿਵੇਂ ਮੋਦੀ ਸਾਹਿਬ ਨੇ ਉੱਤੇ ਸੁਣਦੀ ਗੰਢੀ ਬਣਾ ਲਿਆ, ਇਹਨਾਂ ਨੇ ਆਪਦੀ ਬਣਾ ਲਿਆ। ਹੁਣ ਮੋਦੀ ਸਾਹਿਬ ਨੇ ਕੀ ਕਰਿਆ, ਇੱਕ SDRNF ਫੰਡ ਹੈ, ਠੀਕ ਹੈ, MF ਫੰਡ, ਸਟੇਟ ਇਹ ਆਪਣਾ ਡਿਜ਼ਾਸਟਰ ਰਿਲੀਫ ਮੈਨੇਜਮੈਂਟ ਫੰਡ। ਉਹ ਪੈਸਾ ਤਾਂ ਜ਼ਿਆਦਾ ਉਹ 'ਚ ਸਟੇਟਾਂ ਦਿੰਦੀਆਂ ਨੇ, ਪਰ ਫੈਸਲਾ ਮੋਦੀ ਸਾਹਿਬ ਕਰਦੇ ਨੇ ਵੀ ਇਹ ਪੈਸੇ ਨੂੰ ਕਿੰਨਾ ਵਰਤੋਗੇ ਤੁਸੀਂ, ਅਤੇ ਇਹਨੂੰ ਕਿਹੜੀ ਆਈਟਮ 'ਤੇ ਵਰਤੋਗੇ। ਫਿਰ ਸਟੇਟਾਂ ਦਾ ਕੀ ਰਹਿ ਗਿਆ? ਜਿਹੜਾ NDRF ਹੈ ਉਹ ਤਾਂ ਹੈ ਹੀ ਉਹਨਾਂ ਦੇ ਕਬਜ਼ੇ 'ਚ ਹੈ। ਇੱਦਾਂ ਹੀ ਵੀ ਟੀਕੇ ਜੇ 18 ਤੋਂ 45 'ਚ ਲੱਗਣੇ, ਕਿੰਨੀਆਂ ਡੋਜ਼ਾਂ ਤੁਸੀਂ 18 ਤੋਂ 45 ਚ ਲਾਓਗੇ, ਕਿੰਨੀਆਂ ਡੋਜ਼ਾਂ ਤੁਸੀਂ ਸੈਕਿੰਡ ਲਾਓਗੇ 45 ਤੋਂ ਉੱਪਰਲਿਆਂ ਦੇ, ਇਹ ਮੋਦੀ ਸਾਹਿਬ ਡਿਸਾਈਡ ਕਰਦੇ ਆ। ਉੱਤੋਂ ਲਿਖ ਕੇ ਆਉਂਦਾ ਇਹਨਾਂ ਨੂੰ, ਇਹਨਾਂ ਦੇ ਹੱਥ 'ਚ ਫਿਰ ਕੀ ਹੈ? ਫਿਰ ਇਸੇ ਤਰ੍ਹਾਂ ਹੀ ਟੀਕਾ ਕਿੰਨੇ ਦੇਰ ਬਾਅਦ ਲਾਉਣਾ, ਉਹ ਵੀ ਉਹੀ ਡਿਸਾਈਡ ਕਰ, ਹਰ ਚੀਜ਼ ਜਦੋਂ ਉੱਪਰਲੇ ਡਿਸਾਈਡ ਕਰਦੇ ਨੇ। ਇਹ ਗਾਹਾਂ ਥੱਲੇ ਆਪਦੇ ਕੋਲ ਰੱਖਦੇ ਨੇ। ਇਹਨਾਂ ਦੇ ਜਿਹੜੇ ਲੋਕਾਂ 'ਚ 4 ਭ੍ਰਾਂਤੀਆਂ ਸੀ, ਮੈਂ ਪੰਜਾਬ ਦੀ, ਭਾਰਤ ਦੀ, ਦੋਨੇ ਪਾਸੇ ਗੱਲ ਕਰਦਾ। ਇੱਕ ਭ੍ਰਾਂਤੀ ਲੋਕਾਂ 'ਚ ਸੀ ਵੀ ਕਰੋਨਾ ਕੁਛ ਨਹੀਂ ਹੈ, ਅਤੇ ਇਹਨਾਂ ਦਾ ਫਰਜ਼ ਬਣਦਾ ਸੀ ਦੱਸਣਾ। ਆਹ ਕੁੱਕੀ ਜੀ ਨਾਲ ਨਹੀਂ ਚੱਲਦਾ ਵੀ ਫੋਨ ਦੇ ਉੱਤੇ ਕਹੀ ਜਾਓ। ਤੁਹਾਨੂੰ ਲੋਕਾਂ ਦੇ ਵਿੱਚ ਜਿਹੜੇ ਓਪੀਨੀਅਨ ਲੀਡਰ ਨੇ, ਸਰਪੰਚ ਪੰਚ ਨੇ, 98,000 ਪੰਚ ਸਰਪੰਚ ਮੈਂਬਰ ਹੈ ਪੰਚਾਇਤਾਂ ਦਾ ਪੰਜਾਬ 'ਚ, ਔਰ ਹੁਣੀ ਤਾਜ਼ੀਆਂ ਚੁਣੀਆਂ ਗਈਆਂ ਸੀ ਪਿਛਲੇ ਸਾਲ, ਅਤੇ ਉਹਨਾਂ ਦੇ ਰਾਹੀਂ ਤੁਸੀਂ ਪ੍ਰਚਾਰ ਕਰੋ ਲੋਕਾਂ 'ਚ, ਕਿਉਂ ਨਹੀਂ ਹੋਏਗਾ? ਨੰਬਰਦਾਰ ਨੇ ਉਸ 'ਤੇ ਐਡੀਸ਼ਨ, ਫਿਰ ਚੌਕੀਦਾਰ ਰਾਹੀਂ ਹੁੱਕਾ ਦਵਾ ਸਕਦੇ ਹੋ। ਪਿੰਡ 'ਚ ਤਾਂ ਕੋਈ ਔਖਾ ਕੰਮ ਨਹੀਂ ਨਾ, ਸਪੀਕਰ ਤੋਂ ਕਹਾ ਸਕਦੇ ਹੋ, ਹਰ ਪਿੰਡ 'ਚ ਗੁਰਦੁਆਰਾ, ਸਪੀਕਰ ਤੋਂ ਕਹਾਓ ਭਾਈ ਆਹ ਕਰਨਾ ਆਪਾਂ ਨੇ, ਔਰ ਉਹ ਧਾਰਮਿਕ ਜਗ੍ਹਾ ਤੋਂ ਕਿਹਾ, ਥੋੜ੍ਹਾ ਜਿਹਾ ਲੋਕਾਂ 'ਚ ਅਸਰ ਵੀ ਵੈਸੇ ਪੈਂਦਾ, ਠੀਕ ਹੈ। ਤੁਸੀਂ ਪਿੰਡ ਦੀ ਕਮਿਊਨਿਟੀ ਨੂੰ ਸ਼ਹਿਰ ਦੀ ਕਮਿਊਨਿਟੀ ਤੋਂ ਮਾਈਨਸ ਕਰਤਾ, ਤੁਸੀਂ NGO 'ਤੇ ਡਿਪੈਂਡ ਕਰਨ ਲੱਗੇ। NGO 'ਤੇ ਤਾਂ ਕਰਦੇ ਕਿਉਂਕਿ ਉਹ ਬਹੁਤੀਆਂ ਸਾਡੀਆਂ ਆਪਦੀਆਂ ਪੋਲੀਟੀਕਲ NGO ਨੇ, ਵੀ ਉਹਨੂੰ ਪੈਸੇ ਪੂਸੇ ਦੇ ਦਾਂਗੇ, ਉਹਨਾਂ ਦੇ ਬੰਦੇ ਲਾਈ ਰੱਖਾਂਗੇ, ਬੱਲੇ ਕਰਾਵਾਂਗੇ ਵੀ ਦੇਖੋ ਇਹਨਾਂ ਨੇ ਫਾਇਦਾ ਕਰਿਆ ਜੀ। ਜਦ ਬੰਦਾ ਸੇਵਾ ਕਰਨ 'ਚ ਵੀ ਇਸ ਟੱਕਰ 'ਚ ਪੈ ਜੇ ਵੀ ਨਾਮ ਕਿਹਦਾ ਹੋਵੇ, ਉਦੋਂ ਕਿਵੇਂ ਹੋਊਗਾ? ਆਹ ਜਿਹੜਾ ਟੀਕਾ ਲੱਗਦਾ, ਜੇ ਤੁਸੀਂ ਲਵਾਇਆ ਹੋਵੇ ਮੋਦੀ ਸਾਹਿਬ ਦੀ ਫੋਟੋ ਸਰਟੀਫਿਕੇਟ 'ਤੇ, ਮੋਦੀ ਸਾਹਿਬ ਦੀ ਫੋਟੋ ਦੀ ਦੱਸੋ, ਕੋਈ ਮੈਨੂੰ ਰੈਸ਼ਨੈਲਿਟੀ ਦੱਸੇ ਵੀ ਕੱਦੜ ਸ਼ਾਹੀ ਮੋਦੀ ਸਾਹਿਬ ਦੀ ਫੋਟੋ 'ਤੇ ਲਾਉਣ ਦੀ ਲੋੜ ਕੀ ਹੈ? ਉਹ ਸ਼ਾਹੀ ਦੇ ਦੇਖਣ ਨੂੰ ਕੋਈ ਲੱਗੂਗਾ? ਇੰਨੇ ਕਾਗਜ਼ ਨਿਕਲਣੇ ਨੇ, ਤੁਸੀਂ ਦੱਸੋ ਕਾਹਦੇ ਵਾਸਤੇ ਲੋੜ ਹੈ? ਇੱਕ ਤਾਂ ਕਾਗਜ਼ ਛੋਟਾ ਹੋ ਸਕਦਾ ਸੀ, ਮੋਦੀ ਸਾਹਿਬ ਦੀ ਫੋਟੋ ਨੇ ਕੀ ਕਰਨਾ? ਸੋ ਇਸ ਕਰਕੇ ਉੱਧਰੋਂ ਜਿਹੜੀ ਕਿੱਟ ਜੀ ਬਣਦੇ ਉਹ 'ਤੇ ਕੈਪਟਨ ਸਾਹਿਬ ਦੀ
ਫਤਿਹ ਕਿੱਟ। ਸੋ ਜਿਹੜਾ ਇਹੋ ਜਿਹਾ ਤੁਸੀਂ ਜਦ ਇਹੋ ਜਿਹੇ ਇਸ 'ਚ ਇੰਨੀ ਸਸਤੀ ਪੋਪੂਲੈਰਿਟੀ 'ਚ ਪੈ ਗਏ, ਫਿਰ ਤੁਸੀਂ ਇਹਦਾ ਤੁਹਾਡਾ ਏਮ ਕੋਈ ਨਹੀਂ ਹੈ ਵੀ ਤੁਸੀਂ ਬਿਮਾਰੀ ਠੀਕ ਕਰਨੀ ਆ। ਅਗਲੀ ਗੱਲ ਕੀ ਹੈ, ਹੁਣੀ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਨਲਾਇਕ ਕਿੰਨੇ ਆ ਸਾਡੇ ਸੌ ਕਾਰਡ ਉੱਤੇ। ਕੱਲ੍ਹ ਇਹਨਾਂ ਨੇ ਕਰਿਆ 12 ਤੋਂ 16 ਹਫ਼ਤੇ, ਤੁਹਾਨੂੰ ਪਤਾ ਹੀ ਹੈ, ਠੀਕ ਹੈ। ਪਹਿਲਾਂ 4 ਤੋਂ 6 ਤੋਂ 8 ਹਫ਼ਤੇ ਸੀਗਾ ਜਿਹੜਾ ਇਹ ਦੂਜਾ ਸੀ ਆਪਣਾ ਕੋਵਿਸ਼ੀਲਡ। ਜਦ ਇਹਨਾਂ ਨੇ 6 ਤੋਂ 8 ਹਫ਼ਤੇ ਕਰਿਆ, ਉਦੋਂ ਪਹਿਲਾਂ 4 ਤੋਂ 6 ਹਫ਼ਤੇ ਸੀ। ਉਸ ਵਕਤ ਇਹਨਾਂ ਨੂੰ WHO ਨੇ ਕਿਹਾ ਸੀ ਕਿ ਤੁਸੀਂ 12 ਹਫ਼ਤੇ ਕਰੋ, ਔਰ ਸਾਰਾ ਸਬੂਤ ਹੋ ਚੁੱਕਿਆ ਸੀ, ਉਦੋਂ ਕਰਿਆ ਨਹੀਂ। ਹੁਣ 16 ਹਫ਼ਤੇ ਦਾ ਕੋਈ ਸਬੂਤ ਨਹੀਂ ਦੁਨੀਆ 'ਚ, ਸਿਰਫ ਇੱਕ ਮੁਲਕ ਹੈ ਜਿਹਨੇ ਆਪਣੀ ਮਰਜ਼ੀ ਨਾਲ ਕਰਿਆ, ਉਹ ਸਪੇਨ ਹੈ। ਬਾਕੀ ਕਿਸੇ ਨੇ 12 ਹਫ਼ਤੇ ਤੋਂ ਬਾਅਦ ਨਹੀਂ ਕਰਿਆ, ਠੀਕ ਹੈ। ਇਹਨਾਂ ਨੇ ਆਪ ਹੀ 16 ਕਰਤਾ। ਪਰ ਜਿਹੜਾ ਕੋਵਿਸ਼ੀਲਡ ਦਾ ਸਰਟੀਫਿਕੇਟ ਬਾਹਰ ਨਿਕਲਦਾ ਹੈ, ਆ ਮੇਰੀ ਵਾਈਫ ਲਵਾ ਕੇ ਆਈ ਹੈ, ਉਹਦੇ 'ਤੇ ਲਿਖਿਆ 4 ਤੋਂ 6 ਹਫ਼ਤੇ। ਜਿਹੜਾ 6 ਤੋਂ 8 ਹੋਣਾ ਹੈ ਉਹਦੇ 4 ਤੋਂ 6 ਹਫ਼ਤੇ ਦਾ ਟਾਈਮ ਦਿੱਤਾ ਹੈ। ਹੁਣ ਤੁਸੀਂ ਦੱਸ ਦਿਓ ਵੀ ਉਹ ਇਹ ਪੰਗਾ ਪਿਆ। ਮੈਨੂੰ ਕਹਿੰਦੀ ਵੀ ਤੁਸੀਂ ਕਹੀ ਜਾਂਦੇ ਹੋ 8 ਹਫ਼ਤੇ ਬਾਅਦ ਜਾਣਾ ਚੰਗਾ, ਇਹ ਤਾਂ 4 ਤੋਂ 6 ਲਿਖਿਆ। ਮੈਂ ਚੱਲ ਫਿਰ 6 ਤੋਂ ਬਾਅਦ ਲਵਾ ਲਈ, ਨਹੀਂ ਤਾਂ 15 ਮਈ ਨੂੰ ਉਹਦਾ ਹੋ ਜਾਣਾ ਸੀ ਮਹੀਨਾ, 15 ਅਪ੍ਰੈਲ ਨੂੰ ਲਵਾਇਆ ਸੀ। ਤਾਂ ਮੈਂ ਕਹਿਣਾ ਵੀ ਤੁਸੀਂ ਆਪਦੇ ਸਰਟੀਫਿਕੇਟ 'ਚ ਇੱਕ ਚੇਂਜ ਜਿਹੜੀ ਤੁਸੀਂ ਕਰਤੀ ਇੰਨਾ ਪਹਿਲਾਂ ਕਿ 6 ਤੋਂ 8 ਹਫ਼ਤੇ ਹੈ, ਤੁਸੀਂ ਉਹਦਾ ਪ੍ਰੋਗਰਾਮ ਹੀ ਚੇਂਜ ਕਰਨਾ ਨਾ। ਪ੍ਰਿੰਟ ਤਾਂ ਹਰ ਜਗ੍ਹਾ 'ਤੇ ਉਹੀ ਨਿਕਲਣਾ, ਤੁਸੀਂ ਉਹ ਤਾਂ ਚੇਂਜ ਨਹੀਂ ਕਰ ਸਕੇ। ਇਸ ਤੋਂ ਕੀ ਪਤਾ ਲੱਗਦਾ ਵੀ ਅਸੀਂ ਕਿੰਨੇ ਨਾਲਾਇਕ ਹਾਂ, ਅਸੀਂ ਕਿੰਨੇ ਇਰਰਿਸਪੋਂਸੀਬਲ ਹਾਂ। ਅਤੇ ਅਸੀਂ ਫਿਰ ਕੱਲ੍ਹ ਕਿਤੇ ਹੋ ਰਹੀ ਸੀ ਗੱਲ ਕਿਸੇ ਮੀਡੀਆ 'ਚ, ਅਤੇ ਉਹ ਡਾਕਟਰ ਪਤਾ ਕੀ ਕਹਿੰਦਾ ਇਹਨਾਂ ਨੂੰ ਕਹੋ ਵੀ ਫਲਾਣੀ ਥਾਂ 'ਤੇ ਜਾ ਕੇ ਅਪਰੋਚ ਕਰ ਲੈਣ, ਫਿਰ ਉਹ ਠੀਕ ਕਰ ਦੇਣਗੇ। ਇੱਦੋਂ ਵੱਡੀ ਸ਼ਰਮ ਦੀ ਗੱਲ ਕੋਈ ਹੋਰ। ਦਿੱਲੀ ਦਾ ਉਸ ਟੀਮ ਦਾ ਜਿਹੜਾ ਸੋਫਟਵੇਅਰ ਨੂੰ ਹੈਂਡਲ ਕਰਨ ਦੀ ਉਹਦੇ ਨਾਲ ਹੈ ਟੀਮ, ਉਹ ਮੈਨੂੰ ਕਹਿ ਰਿਹਾ ਵੀ ਜਾ ਕੇ, ਉਹ ਐਂਕਰ ਨੂੰ ਕਹਿ ਰਿਹਾ ਵੀ ਇਹਨਾਂ ਨੂੰ ਕਹੋ ਫਲਾਣੀ ਥਾਂ 'ਤੇ ਜਾ ਕੇ ਆਪਦੇ ਚੰਡੀਗੜ੍ਹ 'ਚ ਕਰਾ ਲੈਣ। ਦੱਸੋ ਉਹ ਪੜ੍ਹੇ ਮਾਨਸੋ, ਤੁਸੀਂ ਉੱਤੋਂ ਚੇਂਜ ਕਰਨਾ ਉਹ ਤਾਂ। ਸੋ ਇਹ ਤੋਂ ਪਤਾ ਲੱਗਦਾ ਵੀ ਨਾ ਤਾਂ ਅਸੀਂ ਜ਼ਿੰਮੇਵਾਰ ਹਾਂ, ਨਾ ਅਸੀਂ ਪ੍ਰੋਮਪਟ ਐਕਸ਼ਨ ਕਰਦੇ ਹਾਂ। ਅਸੀਂ ਤਾਂ ਸਿਰਫ ਆਪਣੀ ਈਗੋ ਦੇ ਵਿੱਚ, ਆਪਣੀ ਡਿਗਰੀ ਦੇ ਹੰਕਾਰ 'ਚ, ਮੈਂ ਸੁਪਰ ਸਪੈਸ਼ਲਿਸਟ ਹਾਂ, ਜੇ ਮੈਂ ਇਸੇ ਹੰਕਾਰ 'ਚ ਰਹਾਂ ਵੀ ਮੈਂ ਤਾਂ ਸੁਪਰ ਸਪੈਸ਼ਲਿਸਟ ਹਾਂ, ਮੈਂ ਕੀ ਨਾ। ਬਈ ਮਰੀਜ਼ ਤਾਂ ਮਰੀਜ਼ ਹੈ ਨਾ, ਮਰੀਜ਼ ਮੇਰੇ ਕੋਲ ਆਈ ਤਾਂ ਜੇ ਮੈਂ ਸੁਪਰ ਸਪੈਸ਼ਲਿਸਟ ਨਹੀਂ ਮੇਰੇ ਕੋਲ ਕਿਉਂ ਆਉਂਦਾ। ਪਰ ਮੈਨੂੰ ਉਹਨੂੰ ਦੱਸਣ ਦੀ ਕੀ ਲੋੜ ਹੈ ਵੀ ਮੈਂ ਸੁਪਰ ਸਪੈਸ਼ਲਿਸਟ ਹਾਂ, ਮੈਂ ਫਲਾਣਾ, ਮੈਂ ਜੋ ਮਰਜ਼ੀ ਹੋਵਾਂ। ਉਹਨੂੰ ਤਾਂ ਇਲਾਜ ਦਾ ਸੰਬੰਧ ਹੈ ਉਹਦਾ। ਜੇ ਉਹ ਇਲਾਜ ਠੀਕ ਨਹੀਂ ਹੋਣਾ ਨਾ, ਉਹਨੇ ਮੇਰੀ ਸੁਪਰ ਸਪੈਸ਼ਲਿਸਟ ਤੋਂ ਲੈਣਾ, ਉਹਨੇ ਕਿਹੜੀ ਲੈਣੀ ਹੈ, ਉਹਨੇ ਕੀ ਲੈਣਾ ਮੇਰੀ ਸੁਪਰ ਸਪੈਸ਼ਲਿਸਟ 'ਚੋਂ। ਉਹਦੇ ਵਾਸਤੇ ਤਾਂ ਠੀਕ ਹੋਣਾ ਜ਼ਰੂਰੀ ਹੈ। ਇੱਦਾਂ ਹੀ ਸਾਡੇ ਕਰੋਨਾ ਨੂੰ ਹੈਂਡਲ ਕਰਨਾ ਜ਼ਰੂਰੀ ਸੀ। ਮੋਦੀ ਜੀ ਕੀ ਕਰਦੇ ਨੇ, ਅਮਿਤ ਸ਼ਾਹ ਜੀ ਕੀ ਕਰਦੇ ਨੇ, ਕੈਪਟਨ ਸਾਹਿਬ ਇੱਥੇ ਕੀ ਕਰਦੇ ਨੇ, ਜਾਂ ਉਹ ਯੋਗੀ ਜੀ ਕੀ ਕਰਦੇ ਨੇ, ਇਹ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ ਲੋਕਾਂ ਦਾ। ਥੋੜ੍ਹਾ ਵਿਰਾਮ ਲੈਂਦੇ ਹਾਂ। ਸਾਡਾ ਜਿਹੜਾ ਟਾਈਮ ਹੈਗਾ ਉਹ ਜਰਾ ਪੂਰਾ ਹੀ ਹੈਗਾ, ਇਸ ਕਰਕੇ ਮੈਂ ਇੱਥੇ ਥੋੜ੍ਹਾ ਵਿਰਾਮ ਲੈਂਦੀ ਹਾਂ। ਇਹ ਜਿਹੜੀਆਂ ਗੱਲਾਂ ਨੇ ਹਜੇ ਇੱਥੇ ਮੁੱਕਣ ਵਾਲੀਆਂ ਨਹੀਂ ਨੇ, ਕਿਉਂਕਿ ਇਹਦੇ ਵਿੱਚ ਡਾਕਟਰ ਸਾਹਿਬ ਨੇ ਇੱਕ ਕਿਤਾਬ ਵੀ ਲਿਖੀ ਹੈ, ਜਿਹੜੇ ਕਿ ਅਸੀਂ ਅਗਲੇ ਐਪੀਸੋਡ 'ਚ ਤੁਹਾਨੂੰ ਕਿਤਾਬ ਦੇ ਬਾਰੇ ਗੱਲਬਾਤ ਕਰਾਂਗੇ। ਅਤੇ ਇਸ ਕਰਕੇ ਇੱਥੇ ਅਸੀਂ ਹੁਣ ਇਸ ਗੱਲ ਨੂੰ ਇੱਥੇ ਹੀ ਛੱਡਦੇ ਹਾਂ। ਪਰ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ, ਉਹਦੇ 2-3 ਗੱਲਾਂ ਬਹੁਤ ਅਹਿਮ ਨੇ। ਉਹ ਇਹ ਨੇ ਕਿ ਕਰੋਨਾ ਦੂਜੇ ਵਾਇਰਸਿਸ ਵਰਗਾ ਹੀ ਵਾਇਰਸ ਹੈਗਾ। ਹੁਣ ਤੱਕ ਤਾਂ ਸਾਨੂੰ ਇਹ ਸਭ ਨੂੰ ਪਤਾ ਲੱਗ ਜਾਣਾ ਚਾਹੀਦਾ ਸੀਗਾ। ਵਾਇਰਸ ਜਿਹੜੇ ਕਦੇ ਖ਼ਤਮ ਨਹੀਂ ਹੁੰਦੇ, ਔਰ ਖ਼ਾਸ ਕਰਕੇ ਇਸ ਪਰਟੀਕੂਲਰ ਵਾਇਰਸ ਦੀ ਜੇ ਆਪਾਂ ਗੱਲ ਕਰੀਏ, ਇਹਨੇ ਬਾਰ-ਬਾਰ ਦਿਖਾਤਾ ਹੈ ਮਿਊਟੇਟ ਹੋ ਕੇ, ਖਾਸ ਕਰਕੇ ਕਿਉਂਕਿ ਆਪਣੀ ਸ਼ਕਲਾਂ ਬਦਲ ਰਿਹਾ ਲਗਾਤਾਰ, ਵਾਤਾਵਰਣ ਦੇ ਅਨੁਕੂਲਨ ਚੱਲ ਰਿਹਾ। ਆਪਣੇ ਆਪ ਨੂੰ ਇਹਨੇ ਪਹਿਲੇ ਕਹਿੰਦੇ ਸੀਗੇ ਜੀ ਸਰਦੀ 'ਚ ਖ਼ਤਮ ਹੋ ਜਾਏਗਾ, ਫਿਰ ਕਹਿੰਦੇ ਜੀ ਗਰਮੀ 'ਚ ਖ਼ਤਮ ਹੋ ਜਾਏਗਾ, ਫਿਰ ਕਹਿੰਦੇ ਜੀ ਭਾਰਤ ਦੇ ਵਿੱਚ ਟਿਕਣ ਵਾਲਾ ਨਹੀਂ, ਇੱਥੋਂ ਦਾ ਤਾਪਮਾਨ ਵੱਖ ਹੈਗਾ। ਉਹ ਸਾਰੀਆਂ ਗੱਲਾਂ ਨੂੰ ਜਿਹੜਾ ਪਰੇ ਕਰਕੇ ਇਹਨੇ ਆਪਣੇ ਆਪ ਨੂੰ ਇਸ ਕਲਾਈਮੇਟ ਦੇ ਵਿੱਚ ਜਿਹੜਾ ਅਡੈਪਟੇਬਿਲਿਟੀ ਹੈਗੀ ਹੈ ਉਹ ਇਹਦੀ ਬੜੀ ਫਾਸਟ ਦੇਖਣ ਨੂੰ ਆਈ ਹੈ। ਤਾਂ ਹੀ ਹੁਣ ਦੂਜੀ ਲਹਿਰ ਅਤੇ ਤੀਜੀ ਅਤੇ ਚੌਥੀ ਲਹਿਰ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ। ਪਰ ਡਰਨ ਦੀ ਜ਼ਰੂਰਤ ਨਹੀਂ ਹੈ, ਸਮਝਦਾਰੀ ਦੀ ਲੋੜ ਹੈ। ਅਤੇ ਸਰਕਾਰਾਂ ਨੂੰ ਵੀ ਜ਼ਿਆਦਾ ਜਿਹੜਾ ਸਮਝਦਾਰੀ ਅਤੇ ਖਾਸ ਕਰਕੇ ਪੂਰੇ ਇੰਤਜ਼ਾਮਾਂ ਨੂੰ ਜਿਹੜੇ ਹੈ ਨੇ ਉਹਨਾਂ ਨੂੰ ਪੁਖਤਾ ਅਤੇ ਬੜੇ ਹੀ ਤਰਤੀਬਵਾਰ ਕਰਨ ਦੀ ਲੋੜ ਹੈਗੀ ਹੈ। ਇਹੀ ਡਾਕਟਰ ਸਾਹਿਬ ਨੇ ਕਿਹਾ ਹੈਗਾ। ਸੁਣਨਾ ਚਾਹੀਦਾ ਸਰਕਾਰਾਂ ਨੂੰ, ਖਾਸ ਕਰਕੇ ਇਹੋ ਜਿਹੇ ਮਾਹਿਰਾਂ ਨੂੰ, ਕਿਉਂਕਿ ਮਾਹਰ ਜਿਹੜੇ ਨੇ ਉਹਨਾਂ ਨੇ ਆਪਣੀ ਜ਼ਿੰਦਗੀਆਂ ਦਿੱਤੀਆਂ ਨੇ ਪੂਰੀਆਂ ਦੇ ਪੂਰੀਆਂ ਇਹਨਾਂ ਤਜਰਬਿਆਂ ਦੇ ਵਿੱਚ। ਔਰ ਜੇ ਅਸੀਂ ਡਾਕਟਰ ਪਿਆਰੇ ਲਾਲ ਗਰਗ ਦੀ ਗੱਲ ਕਰੀਏ ਤਾਂ ਬਹੁਤ ਹੀ ਬਰੀਕੀ ਦੇ ਨਾਲ ਜਿਹੜੀ ਚੀਜ਼ਾਂ ਨੂੰ ਘੋਖਦੇ ਨੇ। ਜਿਹੜੀ ਥਿਊਰੀ ਹੈਗੀ ਹੈ, ਅਧਿਐਨ ਵੀ ਬਹੁਤ ਹੈ ਉਹਨਾਂ ਦਾ, ਅਤੇ ਪ੍ਰੈਕਟੀਕਲੀ ਉਹਨਾਂ ਨੇ ਜਿਹੜਾ ਦੇਖਿਆ ਜਾਂ ਆਪਣੇ ਤਜਰਬੇ ਕੀਤੇ ਨੇ ਕੰਮ ਦੇ ਦੌਰਾਨ, ਉਹ ਵੀ ਉਹ ਬਹੁਤ ਹੀ ਬਰੀਕੀ ਨਾਲ ਦੇਖਦੇ ਨੇ। ਇਸ ਤਰ੍ਹਾਂ ਦੇ ਮਾਹਰਾਂ ਦੀ ਟੀਮ ਜਾਂ ਇੱਦਾਂ ਦੇ ਮਾਹਰ ਜਿਹੜੇ ਨੇ ਉਹਨਾਂ ਨੂੰ ਸਰਕਾਰਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਅਤੇ ਉਹਨਾਂ ਦੀ ਸਲਾਹ ਮਸ਼ਵਰੇ ਦੇ ਨਾਲ ਅੱਗੇ ਜਾ ਕੇ ਇਹ ਜਿਹੜੀ ਮਹਾਂਮਾਰੀ ਦੇ ਨਾਲ ਅਫਰਾ ਤਫਰੀ ਮਚੀ ਹੈ ਉਸ ਨੂੰ ਕਾਬੂ ਕਰਨ ਦੇ ਵਿੱਚ ਜਿਹੜੀ ਨਵੀਂ ਜਿਹੜੀ ਹੈ ਉਹ ਇੱਕ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ, ਜਾਂ ਘੱਟੋ ਘੱਟ ਪਲਾਨ ਚੌਕ ਆਊਟ ਕਰਨਾ ਚਾਹੀਦਾ ਹੈ। ਦੇਸ਼ ਦੇ ਵਿੱਚ ਸਾਡਾ ਦੇਸ਼ ਜਿਹੜਾ ਉਹ ਗਰੀਬ ਦੇਸ਼ ਹੈ। ਜ਼ਿਆਦਾ ਲੋਕਡਾਊਨ, ਜ਼ਿਆਦਾ ਇਸ ਤਰੀਕੇ ਦੀ ਅਫਰਾ ਤਫਰੀ ਆਰਥਿਕਤਾ 'ਤੇ ਤਾਂ ਜਿਹੜੀ ਅਸਰ ਪਾਏਗੀ, ਪਰ ਲੋਕਾਂ ਦੇ ਨਿੱਜੀ ਜੀਵਨ 'ਤੇ ਵੀ ਅਸਰ ਪਾਏਗੀ। ਇਸ ਕਰਕੇ ਸਮਝਦਾਰੀ ਹੀ ਮੇਰੇ ਖਿਆਲ ਦੇ ਵਿੱਚ ਸਭ ਤੋਂ ਜ਼ਿਆਦਾ
ਦੀ ਲੋੜ ਹੈ ਇਸ ਸਮੇਂ ਦੀ, ਇਸ ਪਰਟੀਕੂਲਰ ਜਗ੍ਹਾ 'ਤੇ ਅਸੀਂ ਇਸ ਪ੍ਰੋਗਰਾਮ ਨੂੰ ਵਿਰਾਮ ਦਿੰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇੱਕ ਵਾਰ ਡਾਕਟਰ ਸਾਹਿਬ ਦੇ ਨਾਲ ਅਸੀਂ, ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦੇ ਨਾਲ ਅਸੀਂ ਰੂਬਰੂ ਹੋਵਾਂਗੇ। ਮੇਰੇ ਕੈਮਰਾ ਪਰਸਨ JP ਦੇ ਨਾਲ ਮੈਨੂੰ ਇੱਥੇ ਦਿਓ ਇਜਾਜ਼ਤ, ਫਿਰ ਮਿਲਾਂਗੇ ਉਹਨਾਂ ਦੇ ਨਾਲ ਇੱਕ ਵਾਰ ਫਿਰ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।